आओ मनोबिरतियाँ गुरु चरणों नाल जोड़ते हुए गुरु चरणों विखे लवाइए हाजरियाँ। गुरु का शब्द बख्शिया फतेह का नारा करिए बुलंद उपरंत बाणी की विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। रत्न पदारथ पलर त्यागै मन मुख अंधा दूजै भाए लागै। जो बीजै सोई फल पाए सुपने सुख न पावनिया। जो बीजै सोई फल पाए सुपने सुख न पावनिया। वाहिगुरु ये पवित्र शब्द तीसरे पातशाह शाह शहनशाह दो जहान के वाली छतर चवर तखत दे मालक आप परमेश्वर सतगुरु तेजो नंदन निमाणिया दे मान निताणिया दे तान सतगुरु श्री गुरु अमरदास महाराज जी दे उचारण किए हुए इन्हां शब्दां राही सतगुरु पातशाह जी साडा हीरे जैसा जन्म मनुखा जामा इस दी महिमा दसदे हुए परमेश्वर नाल जुड़न की गल करते हैं। पिछे आपां सरबन कर रहे सी अमृत बाणी गुर की मीठी। गुरमुख बिरलै किनै चख डीठी। गुरु दे बचन बड़े आनंद रस देण वाले हैं, मिठे हैं। जे कोई इन्हां गुरु दे बचनां नाल जुड़ जाता है तो वह अपना जीवन सफला कर लैंदा। उसनूं अपने अंदरों ही उस परमेश्वर की खोज प्राप्त हो जाती। जिमें पिछे एक शब्द पढ़िया सी आपां अंदर हीरा लाल बनाया गुर कै शब्द परख परखाया। हीरा भाव परमेश्वर की आत्मा परमेश्वर का नाम जो साडे शरीर विच रखिया होया है। ये हीरा मतलब कीमती परमेश्वर का नाम जिसका कोई मुल नहीं। जपजी साहब चो कहते अमुल गुण अमुल व्यापार अमुल व्यापारीए अमुल भंडार। वो अमोलक परमेश्वर जो है सर्व कला समर्थ जिसका पवित्र नाम भी अमुल है जिसका कोई मुल नहीं। तो जिहदे नाम नूं जपण वाले है वो भी अमुल हो जाते हैं, उन्हां दा भी कोई मुल नहीं। मन्ने की गत कही न जाए जे को कहे पिछे पछताए। जे कोई परमेश्वर नूं मनदा है तो उसकी गति भाव उसकी पहुँच कित्थों तक हो सकती है ये कोई कह नहीं सकता। मन्नै सुरत होवै मन बुद्ध मन्नै सगल भवन की सुध। मन्नै मोह चोटा न खाए मन्नै जम कै साथ न जाए। ऐसा नाम निरंजन होए जे को मन जाने मन कोय। जे कोई ऐसे नाम नूं मन के हिरदे विच वसाउंदा है तो फिर उसकी इतनी पहुँच है। गति मतलब पहुँच। तो अज दे वचन विच भी यही बख्शिश करते हैं जिन्हां ने इस नाम रूपी पदार्थ नूं प्राप्त कर लिया। वो संसार नूं पराली दी न्याई त्याग दिंदे हन। जो गुरु दे
ਉਪਦੇਸ਼ ਰੂਪੀ ਰਤਨ ਨੂੰ, ਹੀਰੇ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ ਨੂੰ ਇਉਂ ਤਿਆਗ ਦਿੰਦੇ ਆ ਜਿਵੇਂ ਕੋਈ ਬੇਕਾਰ ਸਮਾਨ ਨੂੰ ਤਿਆਗ ਦਿੰਦਾ। ਪਰਾਲੀ ਸ਼ਬਦ ਵਰਤਿਆ ਜਾਂਦਾ, ਜਿਸ ਤਰ੍ਹਾਂ ਜ਼ਿਮੀਂਦਾਰ ਧਾਨ ਵਿੱਚੋਂ ਚੌਲਾਂ ਨੂੰ ਕੱਢ ਕੇ ਪਰਾਲੀ ਨੂੰ ਅੱਗ ਲਾ ਦਿੰਦਾ, ਪਰਾਲੀ ਨੂੰ ਤਿਆਗ ਦਿੰਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਸੋਝੀ ਆ ਗਈ, ਉਹਨਾਂ ਨੇ ਸੰਸਾਰ ਦੀਆਂ ਆਸ਼ਾ ਤ੍ਰਿਸ਼ਨਾ 'ਚੋਂ ਮਨ ਖਿੱਚ ਲਿਆ, ਪਰਮੇਸ਼ਰ ਨਾਲ ਜੋੜ ਲਿਆ, ਔਰ ਉਹ ਪਰਮੇਸ਼ਰ ਨੂੰ ਸਿਮਰਦੇ ਹੋਏ ਪਰਮੇਸ਼ਰ ਵਿੱਚ ਮਿਲ ਜਾਂਦੇ ਹੈ ਤੇ ਸੰਸਾਰ ਦੇ ਰਸਾਂ ਨੂੰ ਫੋਕੇ ਰਸ ਜਾਣ ਕੇ ਛੱਡ ਦਿੰਦੇ ਹਨ। ਜਿਸ ਤਰ੍ਹਾਂ ਪ੍ਰੀਤਮ ਦਾ ਬਚਨ ਹੈ, ਉਹ ਰਸ ਛਾਡੇ ਇਹ ਰਸ ਪਾਵਾ। ਇਹ ਭਾਵ ਨੇੜੇ ਜੋ ਹੈ, ਪਿੱਛੇ ਕੱਲ ਪੜ੍ਹਿਆ ਸੀ ਆਪਾਂ ਬਚਨ ਇੱਕ, ਤੂੰ ਆਪੇ ਮੇਲੇ ਵੇਖੈ ਹਦੂਰ। ਜਿਹੜੇ ਤੈਨੂੰ ਨੇੜੇ ਦੇਖਦੇ ਹਨ, ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ। ਤੋ ਜਿਨ੍ਹਾਂ ਨੇ ਉਸ ਨੂੰ ਆਪਣੇ ਨੇੜੇ ਜਾਣ ਲਿਆ, ਆਪਣੇ ਨੇੜੇ ਵੇਖ ਲਿਆ, ਉਹ ਉਹਦੇ ਵਿੱਚ ਮਿਲ ਗਏ, ਉਹਦਾ ਰੂਪ ਹੋ ਗਏ। ਇਹ ਦਾ ਮਤਲਬ ਹੁੰਦਾ ਨੇੜੇ, ਤੇ ਉਹ ਦਾ ਮਤਲਬ ਹੁੰਦਾ ਦੂਰ। ਜਿਵੇਂ ਜਪਜੀ ਸਾਹਿਬ ਦਾ ਬਚਨ ਹੈ, ਗਾਵੈ ਕੋ ਜਾਪੈ ਦਿਸੈ ਦੂਰ। ਉੱਚੀ ਆਵਾਜ਼ ਕਿਹਨੂੰ ਮਾਰਦੇ ਆ? ਜਿਹੜਾ ਕੋਈ ਦੂਰ ਫਿਰਦਾ ਹੋਵੇ। ਜੇ ਜਿਹੜਾ ਨੇੜੇ ਹੋਵੇ, ਉਹਨੂੰ ਉੱਚੀ ਆਵਾਜ਼ 'ਚ ਮਾਰਨ ਦੀ ਲੋੜ ਨਹੀਂ ਹੈ। ਉਹ ਤਾਂ ਸਾਹਮਣੇ ਹੈ, ਉਹ ਤਾਂ ਦਿਸ ਰਿਹਾ ਹੈ, ਉਹਨੂੰ ਤਾਂ ਇਸ਼ਾਰੇ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ। ਤੇ ਸੰਸਾਰ ਜਿਹੜਾ ਹੈ, ਕੋਈ ਇਹ ਸਮਝਦਾ ਕਿ ਪਰਮੇਸ਼ਰ ਬੜੀ ਦੂਰ ਹੈ, ਉੱਚੀ ਉੱਚੀ ਆਵਾਜ਼ਾਂ ਮਾਰਦਾ। ਜਿਨ੍ਹਾਂ ਨੂੰ ਸਮਝ ਆ ਗਈ ਉਹ ਅੰਦਰ ਬੈਠਾ ਤੇ ਉਹ ਚੁੱਪ ਕਰਕੇ ਅੰਦਰ ਗੱਲ ਕਰਦੇ ਆ, ਬੜੀ ਸੂਖਮ ਆਵਾਜ਼ ਦੇ ਵਿੱਚ, ਕਿ ਕਿਸੇ ਹੋਰ ਨੂੰ ਸੁਣ ਹੀ ਨਾ ਜਾਵੇ, ਆਪਣੇ ਅੰਦਰਲੇ ਨਾਲ ਜੁੜਦੇ ਆ। ਤਾਈਓ ਬਾਬਾ ਫਰੀਦ ਜੀ ਇੱਕ ਥਾਂ 'ਤੇ ਕਹਿੰਦੇ ਆ, ਮੁੱਲਾ ਮੁਨਾਰੇ ਕਿਆ ਚੜ੍ਹੇ। ਮੁਨਾਰਾ ਹੁੰਦਾ ਹੈ ਉੱਚੇ। ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਜਾਂ ਕਾਰਨ ਤੂੰ ਬਾਂਗਦੇ ਦਿਲ ਹੀ ਭੀਤਰ ਜੋਏ। ਜਿਸ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਦਾ, ਉਹਨੂੰ ਆਪਣੇ ਅੰਦਰੋਂ ਲੱਭ। ਅੰਦਰੋਂ ਲੱਭਣ ਵਾਸਤੇ ਉੱਚੀ ਬੋਲਣ ਦੀ ਲੋੜ ਨਹੀਂ ਹੈ। ਸੁਰਤ ਨੂੰ ਸਮੇਟ ਕੇ, ਸੁਰਤ ਨੂੰ ਇਕੱਤਰ ਕਰਕੇ, ਗਿਆਨ ਇੰਦਰੀ, ਕਰਮ ਇੰਦਰੀਆਂ ਨੂੰ ਇਕੱਠੇ ਕਰਕੇ ਅਸੀਂ ਆਪਣੇ ਅੰਦਰ ਜਾਣਾ। ਤੇ ਜਿਨ੍ਹਾਂ ਨੂੰ ਅੰਦਰੋਂ ਮਿਲ ਗਿਆ, ਰਤਨ ਪਦਾਰਥ ਪੱਲਰ ਤੇ ਆਗੇ, ਸੰਸਾਰ ਦੇ ਸਮਾਨ ਨੂੰ ਪਰਾਲੀ ਦੀ ਨਿਆਈ ਸਿੱਟ ਦਿੰਦੇ ਆ। ਜਿਵੇਂ ਕੋਈ ਪੱਲੀ ਵਿੱਚ ਪਾ ਕੇ ਕੂੜਾ ਕਰਕਟ ਬਾਹਰ ਸਿੱਟੇ ਆਉਂਦਾ, ਪੰਡ ਬੰਨ੍ਹ ਕੇ ਬਾਹਰ ਸਿੱਟੇ ਆਉਂਦਾ, ਇਸੇ ਤਰ੍ਹਾਂ ਹੀ ਉਹ ਗੁਰਮੁਖ ਆਪਣੇ ਅੰਦਰੋਂ ਕੂੜੇ ਕਰਕਟ ਨੂੰ, ਭਾਵ ਆਸ਼ਾ ਤ੍ਰਿਸ਼ਨਾ ਨੂੰ, ਦੂਈ ਦਵੈਤ ਨੂੰ, ਈਰਖਾ ਨਿੰਦਿਆ ਚੁਗਲੀ ਸਾੜੇ ਨੂੰ ਆਪਣੇ ਅੰਦਰੋਂ ਆਏ ਤਿਆਗ ਦਿੰਦੇ ਆ, ਜਿਵੇਂ ਕੋਈ ਕੂੜਾ ਸਿੱਟ ਦਿੰਦਾ ਬਾਹਰ, ਭਾਵ ਉਹਨਾਂ ਨੂੰ ਇਹ ਸਭ ਕੂੜਾ ਲੱਗਦਾ। ਐਸੇ ਹੀ ਗੁਰਮੁਖਾਂ ਨੇ ਤਾਂ ਕਿਹਾ ਨਾ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਵੀ ਕਹਿੰਦੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਸੋਇਨਾ, ਕੂੜ ਮਾਟੀ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਨਹਾਰ। ਕੂੜ ਕੂੜਾ ਨੇਹੋ ਲੱਗਾ, ਵਿਸਰਿਆ ਕਰਤਾਰ। ਆਮ ਸੰਸਾਰ ਜਿਹੜਾ ਹੈ, ਅਗਲਾ ਸ਼ਬਦ ਹੈ ਮਨਮੁਖ ਅੰਧਾ, ਦੂਜੈ ਭਾਇ ਲਾਗੈ। ਇਹ ਸੰਸਾਰ ਝੂਠ ਨਾਲ ਜੁੜਿਆ ਹੋਇਆ। ਕੂੜ ਕੂੜੈ ਨੇਹੋ ਲੱਗਾ, ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ। ਸਭ ਜਗ ਚੱਲਣਹਾਰ। ਇਹ ਸੰਸਾਰ ਸਾਰਾ ਜਾਂਦਾ ਦਿਖਾਈ ਦੇ ਰਿਹਾ ਹੈ, ਤੇ ਕਿਹਦੇ ਨਾਲ ਦੋਸਤੀ ਕਰੀਏ।
क्योंकि संसार नूं कूड़ बड़ा मिठा लगदा है। कूड़ मिठा, कूड़ माखियों, जिवें किसी नूं शहद स्वाद लगदा, पर इस कूड़ ने बेअंत दुनिया डोब दिती। संसार समुंदर विच कूड़ डोबै पूरक। कूड़ डोबै पूर। पूर हुंदा एक जने जिन्ने बेड़ी विच चढ़ सकन। पूर हुंदा है एक वारी पैकिंग। पूर हुंदा एक सवारियां जिन्नियां बेड़ी विच बह गईयां। पुराना शब्द है। बेड़ी दा पूर तरिंजण दियां कुड़ियां फेर न बैठन मुड़ के जुड़ियां। ਜਿਹੜੀਆਂ ਬੱਚੀਆਂ ਛੋਟੀਆਂ ਹੁੰਦੀਆਂ ਇਕੱਠੀਆਂ ਹੱਸਦੀਆਂ ਖੇਡਦੀਆਂ ਚਰਖੇ ਕੱਤਦੀਆਂ ਸਿਲਾਈ ਕਢਾਈ ਕਰਦੀਆਂ ਸੀ, ਬੈਠ ਕੇ ਗੱਲਾਂ ਮਾਰਦੀਆਂ ਸੀ। ਜਦ ਉਹਨਾਂ ਦੀਆਂ ਸ਼ਾਦੀਆਂ ਹੋ ਜਾਂਦੀਆਂ ਮੁੜ ਕੇ ਉਹ ਦੁਬਾਰਾ ਇਕੱਠੀਆਂ ਨਹੀਂ ਹੁੰਦੀਆਂ। ਉਸ ਤਰ੍ਹਾਂ ਇਸੇ ਤਰ੍ਹਾਂ ਹੀ ਪੂਰ ਦਾ ਮਤਲਬ ਮੈਂ ਕਰਨਾ ਕੇਵਲ। ਪੂਰ ਦਾ ਅਰਥ ਹੋ ਗਿਆ ਕਿ ਇਸ ਝੂਠ ਨੇ ਪੂਰਾਂ ਦੇ ਪੂਰ ਬੇਅੰਤ ਦੁਨੀਆ ਸੰਸਾਰ ਸਮੁੰਦਰ ਵਿੱਚ ਡੋਬ ਦਿੱਤੀ। कूड़ डोबै पूर नानक बखाने बेनती तुद बाझ कूड़ो कूड़। ते जिन्हां नूं समझ आ गई उन्हां ने इस कूड़ नूं इउं त्याग दिता जिवें कोई पराली नूं अग ला देवे। रतन पदार्थ नूं प्राप्त करके, ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨਤਾ ਨੂੰ ਐਂ ਛੱਡ ਦਿੱਤਾ ਜਿਵੇਂ ਕੋਈ ਪਰਾਲੀ ਤਿਆਗ ਦਿੰਦਾ। ਰਤਨ ਪਦਾਰਥ ਪਲਰ ਤਿਆਗੈ ਪਰ, ਇਹ ਤਾਂ ਗੁਰਮੁਖਾਂ ਦੀ ਗੱਲ ਹੈ। ਅੱਗੇ ਮਨਮੁਖਾਂ ਦੀ ਗੱਲ। ਮਨਮੁਖ ਅੰਧਾ ਦੂਜੇ ਭਾਏ ਲਾਗੈ। ਮਨਮੁਖ ਜਿਹੜਾ ਰਤਨ ਨੂੰ ਛੱਡ ਕੇ ਪਰਾਲੀ ਇਕੱਠੀ ਕਰਦਾ। ਜਿਹੜਾ ਮਨਮੁਖ ਹੈ ਉਹ ਹੀਰੇ ਰੂਪੀ ਰਤਨ ਨੂੰ ਤਿਆਗ ਕਰਕੇ ਪਰਾਲੀ ਨੂੰ ਇਕੱਠੀ ਕਰਦਾ। ਜਿਹੜਾ ਗੁਰਮੁਖ ਹੈ ਪਰਾਲੀ ਤਿਆਗ ਕੇ ਨਾਮ ਦੇ ਹੀਰੇ ਜਵਾਹਰਾਤ ਮੋਤੀ ਇਕੱਠੇ ਕਰਦਾ ਤੇ ਉਹਨਾਂ ਨੂੰ ਪ੍ਰਾਪਤ ਕਰਕੇ ਫਿਰ ਆਪਣੇ ਹਿਰਦੇ ਵਿੱਚੋਂ ਬਾਕੀ ਸਭ ਕੁਝ ਤਿਆਗ ਦਿੰਦਾ। ਪਰਾਲੀ ਜਿਹਦੇ ਵਿੱਚ ਕੋਈ ਕਣ ਨਾ ਹੋਵੇ, ਥੋਥਾ ਹੋਵੇ। ਤੇ ਪਰਮੇਸ਼ਰ ਐਸੇ ਮਨੁੱਖਾਂ ਨੂੰ ਐਂ ਹੀ ਤਿਆਗ ਦਿੰਦਾ ਜਿਵੇਂ ਬੰਦਾ ਪਰਮੇਸ਼ਰ ਨੂੰ ਐਵੇਂ ਤਿਆਗ ਦਿੰਦਾ, ਨਾਮ ਨੂੰ ਤਿਆਗ ਦਿੰਦਾ। ਜਿਵੇਂ ਆਸਾ ਜੀ ਕੀ ਵਾਰ ਕਾ ਬਚਨ ਹੈ ਕਿ ਇਹ ਮਨੁੱਖ ਜਿਹੜਾ ਹੈ ਪਰਮੇਸ਼ਰ ਨੂੰ ਤਿਆਗ ਰਿਹਾ ਹੈ ਤੇ ਪਰਮੇਸ਼ਰ ਵੀ ਇਹਨੂੰ ਛੱਡ ਦਿੰਦਾ। ਫਿਰ ਜਿਵੇਂ ਪਾਤਸ਼ਾਹ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਨੂੰ ਯਾਦ ਨਹੀਂ ਕਰਦੇ, ਮਨ ਦੇ ਮਗਰ ਬੜਾ ਭੱਜਦੇ ਆ। ਮਨ ਜੋ ਕਹੀ ਜਾਂਦਾ ਉਵੇਂ ਕਰੀ ਜਾਂਦੇ ਆ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ। ਉਹ ਸੰਸਾਰ ਰੂਪੀ ਖੇਤ ਵਿੱਚ ਆਏ ਰਹਿ ਜਾਂਦੇ ਆ ਜਿਵੇਂ ਕੋਈ ਜ਼ਿਮੀਂਦਾਰ ਤਿਲਾਂ ਦੇ ਪੌਦੇ ਨੂੰ ਪੱਟਦਾ ਕੁਝ ਤਿਲਾਂ ਦੇ ਪੌਦਿਆਂ ਨੂੰ ਛੱਡ ਜਾਂਦਾ, ਪੱਟ ਕੇ ਨਹੀਂ ਲੈ ਕੇ ਜਾਂਦਾ। ਕਿਉਂ? ਜਿਨ੍ਹਾਂ ਪੌਦਿਆਂ ਨੂੰ ਉਹ ਜ਼ਿਮੀਂਦਾਰ ਲੈ ਕੇ ਨਹੀਂ ਗਿਆ ਪੱਟ ਕੇ, ਕਾਰਨ ਕੀ ਆ? ਫਲੀ ਹੈ, ਫੁੱਲੀ ਹੈ, ਬਪੜੇ। ਕਿਉਂਕਿ ਸਾਰੇ ਇਕੱਠੇ ਤਿਲ ਬੀਜੇ, ਇਕੱਠੇ ਉਗਰੇ, ਫਲੀਆਂ ਲੱਗੀਆਂ, ਫੁੱਲ ਲੱਗੇ ਉਹਨਾਂ ਨੂੰ, ਪਰ ਅਖੀਰ ਤੇ ਜ਼ਿਮੀਂਦਾਰ ਕੁਝ ਤਿਲਾਂ ਦੇ ਪੌਦਿਆਂ ਨੂੰ ਪੱਟ ਕੇ ਲੈ ਕੇ ਨਹੀਂ ਜਾਂਦਾ। ਛੁੱਟੈ ਤਿਲ ਬੁਆੜ ਜਿਉਂ ਸੁੰਨਾ ਹੀ ਅੰਦਰ ਖੇਤ। ਸੁੰਨਾ ਭਾਵ ਖਾਲੀ। ਜਦੋਂ ਖੇਤ ਵਿੱਚੋਂ ਜ਼ਿਮੀਂਦਾਰ ਫਸਲ ਵੱਢ ਲੈਂਦਾ ਤੇ ਕੁਝ ਤਿਲਾਂ ਦੇ ਪੌਦੇ ਉੱਥੇ ਛੱਡੇ ਆਉਂਦਾ। ਉਹ ਕਿਉਂ ਉੱਥੇ ਰਹਿ ਜਾਂਦੇ ਹੈ? ਖੇਤਾਂ ਅੰਦਰ ਛੁੱਟਿਆ ਉਹਨਾਂ ਦੇ ਇਸ ਤਰ੍ਹਾਂ ਛੱਡਣ ਦਾ ਕਾਰਨ ਹੈ ਕਹੋ ਨਾਨਕ ਸੋ ਨਾਹਾ ਫਲੀਐ ਫੁੱਲੀਐ ਬਪੜੇ ਭੀ ਤਣ ਵਿੱਚ ਸਵਾ। ਉਹਨਾਂ ਦੀਆਂ ਫਲੀਆਂ ਵਿੱਚ ਦਾਣਾ ਨਹੀਂ ਪਿਆ, ਸਵਾ ਪੈ ਗਈ। ਕਾਂਗਿਆਰੀ, ਕਣਕ ਵਿੱਚ ਕਾਂਗਿਆਰੀ ਹੁੰਦੀ ਆ। ਸਰੋਂ ਵਿੱਚ ਇਸ ਬਿਮਾਰੀ ਨੂੰ ਚੇਪਾ ਕਹਿੰਦੇ ਆ। ਭਾਵ ਸਰੋਂ ਦੇ ਦਾਣੇ ਨਾ ਪੈਣੇ, ਫਲੀਆਂ ਵਿੱਚ
ਗੂੰਦ ਜੀ ਬਣ ਜਾਣੀ, ਚੇਪਾ ਜਿਹਾ ਬਣ ਜਾਣਾ, ਇਹ ਬਿਮਾਰੀ ਆ। ਤੇ ਤਿਲਾਂ ਦੀਆਂ ਫਲੀਆਂ ਵਿੱਚ ਵੀ ਸਵਾਹ ਬਣ ਜਾਂਦੀ ਆ, ਤਿਲ ਨਹੀਂ ਬਣਦੇ। ਤੇ ਜਿਨ੍ਹਾਂ ਪੌਦਿਆਂ ਦੀ ਸਵਾਹ ਫਲੀਆਂ ਵਿੱਚ ਕਣ ਨਾ ਹੋਵੇ, ਦਾਣਾ ਨਾ ਹੋਵੇ, ਉਹਨੂੰ ਕੀ ਕਰਨਾ ਕਿਸੇ ਨੇ। ਤੇ ਜ਼ਿਮੀਂਦਾਰ ਪਰਾਲੀ ਦੇ ਵਿੱਚੋਂ ਚੌਲ ਕੱਢ ਕੇ ਪਰਾਲੀ ਤਿਆਗ ਦਿੰਦਾ, ਤੇ ਗੁਰਮੁਖ ਸੰਸਾਰ ਵਿੱਚੋਂ ਸੱਚ ਨੂੰ ਖੋਜ ਕੇ ਬੇਕਾਰ ਨੂੰ ਤਿਆਗ ਦਿੰਦਾ, ਸੰਸਾਰ ਤੋਂ ਉੱਚਾ ਉੱਠ ਜਾਂਦਾ। ਫਲੀਐ ਫੁਲੀਐ ਬਪੜੇ ਭੀ ਤਨ ਵੇ ਸਵਾਹਾ। ਤੇ ਉਹਨਾਂ ਨੂੰ ਫਿਰ ਬਹੁਤ ਸਾਰੇ ਲੋਕ ਆ ਜ਼ਿਮੀਂਦਾਰ ਗਰੀਬ ਬੱਚੇ, ਗਰੀਬ ਲੋਕ ਜੋ ਖੇਤਾਂ ਵਿੱਚੋਂ ਜ਼ਿਮੀਂਦਾਰ ਦੀ ਡਿੱਗੀ ਹੋਈ ਫਸਲ ਚੁੱਕਣ ਜਾਂਦੇ ਆ, ਜਿਹਨੂੰ ਅਸੀਂ ਮਾਲਵੇ ਵਿੱਚ ਕਹਿੰਦੇ ਆ ਘਾੜਾਂ ਚੁੱਕਣੀਆਂ। ਕਣਕਾਂ ਵੇਲੇ ਕਣਕਾਂ ਦੀਆਂ ਡਿੱਗੀਆਂ ਬੱਲੀਆਂ ਚੁੱਕ ਲੈਂਦੇ ਆ, ਆਪਣੇ ਖਾਣ ਜੋਗੀ ਕਣਕ ਇਕੱਠੀ ਕਰਦੇ ਆ। ਤਾਂ ਇਸੇ ਤਰ੍ਹਾਂ ਤਿਲਾਂ ਦੇ ਖੇਤਾਂ ਵਿੱਚੋਂ ਵੀ ਜਾਂਦੇ ਹੋਣਗੇ ਬੱਚੇ ਤਿਲਾਂ ਦੀਆਂ ਘਾੜਾਂ ਚੁੱਕਣ। ਤੋਂ ਭੱਜ ਕੇ ਜਾਂਦੇ ਆ ਉਹਨਾਂ ਖੜ੍ਹੇ ਤਿਲਾਂ ਦੇ ਪੌਦਿਆਂ ਵੱਲ, ਵੀ ਉਹ ਉਸੇ ਖੜ੍ਹਾ ਇੱਕ ਪੌਦਾ ਪੱਟ ਕੇ ਲਿਆਈਏ। ਪਰ ਜਦੋਂ ਕੋਲ ਜਾਂਦੇ ਆ ਵੇਖ ਕੇ ਉਹ ਵੀ ਛੱਡ ਜਾਂਦੇ ਆ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਬਣਦਾ। ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋ ਨਹਾ, ਫਲੀਐ ਫੁਲੀਐ ਬਪੜੇ ਭੀ ਤਨ ਵੇ ਸਵਾਹਾ। ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ। ਉਹ ਸੰਸਾਰ ਰੂਪੀ ਜੰਗਲ ਵਿੱਚ ਇੱਦਾਂ ਰੂਹਾਂ ਭਟਕਦੀਆਂ ਰਹਿ ਜਾਂਦੀਆਂ ਜਿਨ੍ਹਾਂ ਨੇ ਉਹਨੂੰ ਛੱਡ ਕੇ ਸੰਸਾਰ ਨਾਲ ਜੁੜਨਾ ਕੀਤਾ। ਮਨਮੁਖ ਅੰਧਾ ਦੂਜੇ ਭਾਏ ਲਾਗੈ। ਇਹ ਅੰਨਾ ਮਨਮੁਖ ਮਾਲਕ ਦੇ ਪਿਆਰ ਨੂੰ ਛੱਡ ਕੇ ਵਿਕਾਰਾਂ ਦੇ ਪਿਆਰ ਵਿੱਚ ਪੈ ਗਿਆ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋਵੈ ਭਾਏ ਬਿਗੁਚੀਐ ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਫਿਰ ਉਹੀ ਮਿਲਣਾ ਜੋ ਲਿਖਿਆ। ਮੱਥੈ, ਮੱਥੇ ਦਾ ਭਾਵ ਹੈ ਮੱਥੇ ਵਿੱਚ, ਭਾਗਾਂ ਵਿੱਚ। ਤੇ ਦੂਜਾ ਭਾਵ ਹੈ ਜੋ ਰਿੜਕਾਂਗੇ ਉਹੀ ਨਿਕਲੂਗਾ। ਹੁਣ ਪਾਣੀ ਰਿੜਕਾਂਗੇ ਤਾਂ ਉਹਦੇ ਵਿੱਚੋਂ ਤਾਂ ਘਿਓ ਨਹੀਂ ਨਿਕਲਣਾ। ਮਨਮੁਖ ਜਿਹੜਾ ਪਾਣੀ ਰਿੜਕੀ ਜਾਂਦਾ, ਗੁਰਮੁਖ ਜਿਹੜਾ ਤੱਤ ਨੂੰ ਰਿੜਕਦਾ, ਦੁੱਧ ਨੂੰ ਰਿੜਕਦਾ, ਉਹਦੇ ਵਿੱਚੋਂ ਘਿਓ ਨਿਕਲ ਆਊਗਾ। ਤਾਂ ਜੋ ਫਿਰ ਭਾਗਾਂ 'ਚ ਲਿਖਿਆ, ਤੇ ਭਾਗਾਂ 'ਚ ਕੀ ਲਿਖਿਆ ਜਾਊਗਾ? ਜਿਹੜਾ ਕਰਮ ਕੀਤਾ। ਜੇ ਕੋਈ ਦਿਹਾੜੀ 'ਤੇ ਜਾਊਗਾ ਤਾਂ ਹੱਥ ਨੇ ਪੈਸੇ ਲਿਆਊਗਾ, ਘਰੇ ਬੈਠੇ ਨੂੰ ਕੌਣ ਦਿਹਾੜੀ ਦੇਊਗਾ? ਇਸੇ ਤਰ੍ਹਾਂ ਬੰਦਾ ਚੰਗੇ ਕਰਮ ਕਰੂਗਾ ਤੇ ਉਹਦਾ ਚੰਗਾ ਫਲ ਮਿਲੂਗਾ, ਮਾੜੇ ਕਰੂਗਾ ਮਾੜਾ ਮਿਲੂਗਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੈ ਭਾਈ ਕਿਸੇ ਦਾ ਬੁਰਾ ਨਾ ਸੋਚੋ, ਜਿਹੜਾ ਬੁਰਾ ਸੋਚੇਗਾ ਉਹਦਾ ਕਦੇ ਵੀ ਭਲਾ ਨਹੀਂ ਹੁੰਦਾ। ਕਹੋ ਸਤਿਨਾਮ ਸ੍ਰੀ। ਗੁਰੂ ਅਰਜਨ ਦੇਵ ਜੀ ਨੇ ਬੜੀ ਸੋਹਣੀ ਸਲਾਹ ਦਿੱਤੀ, ਤੁਸੀਂ ਕਿਸੇ ਦਾ ਬੁਰਾ ਨਾ ਸੋਚੋ, ਤੁਹਾਡਾ ਕੋਈ ਬੁਰਾ ਨਹੀਂ ਸੋਚੇਗਾ, ਕਿਉਂਕਿ ਤੁਹਾਡੀ ਹੀ ਸੋਚ ਉਹਦੇ ਨਾਲ ਟਕਰਾਉਂਦੀ ਆ। ਅੱਜ ਸਮਝਣਾ ਬੜਾ ਸੌਖਾ ਹੋ ਗਿਆ। ਮੋਬਾਈਲ ਤੋਂ ਫੋਨ ਲਾਉਂਦੇ ਆ, ਜਿਹਦੇ ਨੰਬਰ ਨੱਪੇ ਗਏ ਉੱਥੇ ਜਾ ਕੇ ਘੰਟੀ ਵੱਜਦੀ ਆ। ਇਵੇਂ ਜਿਵੇਂ ਸਾਡੇ ਦਿਮਾਗ 'ਚੋਂ ਵੀ ਤਰੰਗਾਂ ਪੈਦਾ ਹੁੰਦੀਆਂ, ਜਿਹੋ ਜਿਹੀਆਂ ਤਰੰਗਾਂ ਕਿਸੇ ਦੇ ਪ੍ਰਤੀ ਅਸੀਂ ਪੈਦਾ ਕਰਾਂਗੇ, ਉਹ ਜਾ ਕੇ ਉਹਦੇ ਦਿਮਾਗ ਨਾਲ ਟਕਰਾਉਂਦੀਆਂ, ਤੇ ਉਹਦੇ ਦਿਮਾਗ 'ਚੋਂ ਸਾਡੇ ਵਾਸਤੇ ਉਹੋ ਜਿਹੀਆਂ ਤਰੰਗਾਂ ਹੀ ਨਿਕਲਣਗੀਆਂ। ਜੇ ਕਿਸੇ ਨੂੰ ਮੋਬਾਈਲ 'ਤੇ ਗਾਲਾਂ ਕੱਢਾਂਗੇ, ਉਹ ਵੀ ਗਾਲਾਂ ਕੱਢੂਗਾ। ਜੇ ਜੀ ਕਹਾਂਗੇ ਤਾਂ ਅੱਗੋਂ ਜੀ ਮਿਲੂਗਾ। ਇਸੇ ਤਰ੍ਹਾਂ ਹੀ ਸਾਡੀ ਸੂਖਮ ਦਿਮਾਗ ਹੈ, ਜਿਹੜਾ ਸੋਚ ਹੈ ਜਿਹੜੀ, ਇਹਦੇ ਵਿੱਚ ਜਿਹੋ ਜਿਹਾ ਫੀਡ ਕਰਾਂਗੇ ਉਹੋ ਜਿਹਾ ਨਿਕਲੂਗਾ। ਜੈਸਾ ਸੇਵਾ ਤੈਸਾ ਹੋਏ। ਪ੍ਰੀਤਮ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਤਾਂ ਨਾਮ ਰੂਪੀ ਹੀਰੇ ਨੂੰ ਪ੍ਰਾਪਤ ਕਰਕੇ ਬਾਕੀ ਸਭ ਤਿਆਗ ਦਿੰਦਾ, ਪਰ ਮਨਮੁਖ ਹੈ ਜਿਹੜਾ ਅੰਧਾ, ਅਗਿਆਨਤਾ ਵਿੱਚ ਅੰਨਾ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਮਨਮੁਖ ਅੰਧਾ ਦੂਜੈ ਭਾਏ ਲਾਗੈ। ਇਹ ਮਨੁੱਖ ਮਨਮੁਖ ਅੰਨਾ
ਮਾਲਕ ਨੂੰ ਛੱਡ ਕੇ ਸੰਸਾਰ ਦੇ ਭਾਏ ਹੁੰਦਾ ਪ੍ਰੇਮ ਮੋਹ ਵਿੱਚ ਫਸ ਗਿਆ, ਸੰਸਾਰ ਦੇ ਮੋਹ ਵਿੱਚ ਲੱਗ ਗਿਆ। ਫਿਰ ਜੋ ਬੀਜੈ ਸੋਈ ਫਲ ਪਾਏ, ਫਿਰ ਜਿਹੋ ਜਿਹਾ ਬੀਜਦਾ ਉਹੋ ਜਿਹਾ ਮਿਲਣਾ ਭਾਈ। ਕਾਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਜਿਵੇਂ ਬੁਖਾਰ ਚੜੇ ਤੋਂ ਰੋਟੀ ਸਵਾਦ ਨਹੀਂ ਲੱਗਦੀ, ਕੌੜੀ ਲੱਗਦੀ ਆ। ਬਸ ਇਸੇ ਤਰ੍ਹਾਂ ਹੀ ਜਦੋਂ ਆਤਮਾ ਬਿਮਾਰ ਹੈ ਤੇ ਫਿਰ ਸੰਸਾਰ ਦੇ ਸੁੱਖ ਵੀ ਦੁੱਖ ਬਣ ਜਾਂਦੇ ਆ। ਜੇ ਆਤਮਾ ਤਕੜੀ ਹੈ, ਨਾਮ ਜਪਦੀ ਹੈ, ਫਿਰ ਦੁੱਖਾਂ ਨੂੰ ਵੀ ਸੁੱਖ ਬਣਾ ਲੈਂਦੀ ਆ। ਕੋਈ ਸਤਨਾਮ ਇਹ 'ਚ ਪਾਵਰ ਹੈ, ਸ਼ਕਤੀ ਹੈ ਨਾਮ ਦੇ ਵਿੱਚ। ਮਨਮੁਖ ਅੰਧਾ ਦੂਜੈ ਭਾਏ ਲਾਗੈ, ਜੋ ਬੀਜੈ ਸੋਈ ਫਲ ਪਾਏ। ਸੁਪਨੇ ਸੁਖ ਨ ਪਾਵਣਿਆ, ਜਿਹੜੇ ਅਗਿਆਨਤਾ ਵਿੱਚ ਅੰਨੇ ਹੋ ਕੇ ਸੁੱਖਾਂ ਦੇ ਮਗਰ ਭੱਜਦੇ ਐ, ਉਹਨਾਂ ਦੇ ਸੁੱਖ ਹੱਥ ਨਹੀਂ ਆਉਂਦੇ। ਜੇ ਤੁਸੀਂ ਸੂਰਜ ਕੰਨੀ ਮੂੰਹ ਤੁਰ ਕਰਕੇ ਚੱਲੋ, ਜੇ ਆਪਾਂ ਸੂਰਜ ਕੰਨੀ ਮੂੰਹ ਕਰ ਲਈਏ ਤੇ ਪਰਛਾਵਾਂ ਜਿਹੜਾ ਹੈ ਸਾਡੇ ਪਿੱਛੇ ਪਿੱਛੇ ਆਈ ਜਾਂਦਾ। ਜੇ ਸੂਰਜ ਕੰਨੀ ਪਿੱਠ ਕਰਕੇ ਚੱਲੀਏ ਤੇ ਫਿਰ ਪਰਛਾਵੇਂ ਨੂੰ ਫੜ ਕੇ ਦਿਖਾਓ, ਉਹ ਅੱਗੇ ਅੱਗੇ ਭੱਜੀ ਜਾਂਦਾ। ਕੋਈ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਪਰਮੇਸ਼ਰ ਵੱਲ ਗੁਰਮੁਖ ਹੋ ਕੇ ਚੱਲੀਏ, ਆਪਣੇ ਮੁਖ ਨੂੰ ਗੁਰੂ ਵੱਲ ਰੱਖ ਕੇ ਚੱਲੀਏ ਤੇ ਮਾਇਆ ਮਗਰ ਮਗਰ, ਕਿਉਂਕਿ ਮਾਇਆ ਉਹਦੀ ਛਾਂ ਹੈ ਨਾਮ ਦੀ। ਮਾਇਆ ਤੇਰੀ ਛਾਇਆ, ਇਹ ਪਰਮੇਸ਼ਰ ਦੀ ਛਾਂ ਹੈ। ਜੇ ਅਸੀਂ ਗੁਰੂ ਵੱਲ ਮੂੰਹ ਕਰਕੇ ਚੱਲੀਏ ਤੇ ਮਗਰ ਮਗਰ ਆਉਂਦੀ ਆ। ਜੇ ਗੁਰੂ ਨੂੰ ਪਿੱਠ ਦੇਤੀ, ਗੁਰੂ ਨੂੰ ਵੱਲ ਹੀ ਪਿੱਠ ਕਰ ਲਈ ਤੇ ਫਿਰ ਇਹ ਵੀ ਹੱਥ ਨਹੀਂ ਆਉਂਦੀ। ਪਾਤਸ਼ਾਹ ਦਾ ਬਚਨ ਹੈ, ਗਹੁ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ। ਬੜਾ ਭੱਜਦਾ ਬੰਦਾ ਇਹਨੂੰ ਫੜਨ ਵਾਸਤੇ, ਪਰ ਅੱਗੇ ਭੱਜਦੀ ਹੈ, ਬੰਦੇ ਨੂੰ ਮਗਰ ਭਜਾਉਂਦੀ ਆ। ਜੀਵ ਦੇ ਨਾਲ ਨਹੀਂ ਜਾਂਦੀ ਇਹ, ਜੀਵ ਦੇ ਨਾਲ ਕੇਵਲ ਪਰਮੇਸ਼ਰ ਦਾ ਨਾਮ ਜਾਂਦਾ। ਗਹੁ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨੀ ਸਾਥ। ਜੋ ਕੋਈ ਇਸ ਕੋ ਤਿਆਗ ਦਈ, ਤਾਵੇ ਸ਼ਰਨੀ ਆਏ ਪਈ। ਜੇ ਇਹਨੂੰ ਛੱਡ ਕੇ ਅਸੀਂ ਗੁਰੂ ਵੱਲ ਹੋ ਜਾਈਏ, ਫਿਰ ਮਗਰ ਮਗਰ ਫਿਰਦੀ ਆ। ਰਿੱਧ ਸਿੱਧ ਨਾਮ ਹੈ ਕਿ ਦਾਸੀ, ਜਿੱਥੇ ਨਾਮ ਜਪਿਆ ਜਾਂਦਾ ਉੱਥੇ ਤਾਂ ਇਹ ਫਿਰ ਸੇਵਾ ਕਰਨ ਨੂੰ ਤਿਆਰ ਹੈ। ਆਪਣਾ ਜੀ ਕਰਦਾ ਨਾ ਗੁਰੂ ਘਰ ਸੇਵਾ ਕਰਨ ਨੂੰ, ਕਿਉਂਕਿ ਇੱਥੇ ਨਾਮ ਦਾ ਖਜ਼ਾਨਾ ਹੈ। ਕਹੋ ਸਤਨਾਮ ਸ੍ਰੀ। ਜਿਹੜਾ ਮਨੁੱਖ ਨਾਮ ਨਾਲ ਜੁੜਦਾ ਉਹਦੇ ਮਗਰ ਮਗਰ ਫਿਰਦੀ ਹੈ। ਜਿਹੜਾ ਨਾਮ ਨੂੰ ਤਿਆਗ ਕੇ ਇਹਦੇ ਮਗਰ ਭੱਜਦਾ ਉਹਦੇ ਹੱਥ ਨਹੀਂ ਆਉਂਦੀ ਤੇ ਨਾਮ ਵੀ ਹੱਥ ਨਹੀਂ ਆਉਂਦਾ। ਮਨਮੁਖ ਅੰਧਾ ਦੂਜੈ ਭਾਏ ਲਾਗੈ, ਜੋ ਬੀਜੈ ਸੋਈ ਫਲ ਪਾਏ। ਸੁਪਨੇ ਸੁੱਖ ਨ ਪਾਵਣਿਆ। ਫਿਰ ਪੁੱਛਿਆ ਗੁਰੂ ਸਾਹਿਬ ਨੂੰ, ਜੀ ਕੀ ਕਰੀਏ? ਫਿਰ ਪੁੱਛੀਏ ਨਾ, ਹੁਣ ਆਪਾਂ ਆ ਕੇ ਪੁੱਛਦੇ ਆ ਨਾ ਜੀ ਕੀ ਕਰੀਏ, ਆ ਕੰਮ ਨਹੀਂ ਲੋਟ ਆਉਂਦਾਗਾ। ਕੋਈ ਅਰਦਾਸ ਕਰਦਾ ਜੀ ਸਾਡੀ ਲੜਕੀ ਵਿਆਹੁਣ ਵਾਲੀ ਆ, ਓਵਰੇਜ ਹੁੰਦੀ ਜਾਂਦੀ ਹੈ, ਪਤੀ ਨਹੀਂ ਲੱਭ ਰਿਹਾ, ਵਰ ਨਹੀਂ ਮਿਲ ਰਿਹਾ, ਕਰ ਦਿਓ ਕਿਰਪਾ, ਕੋਈ ਬੱਚਿਆਂ ਦਾ ਸੰਯੋਗ ਬਣ ਜੇ। ਕੋਈ ਲੜਕੇ ਵਾਸਤੇ ਆਉਂਦਾ, ਕੋਈ ਲੜਕੀਆਂ ਵਾਸਤੇ ਆਉਂਦਾ, ਜੀ ਵਧੀਆ ਸੰਯੋਗ ਬਣਾ ਦਿਓ। ਤੇ ਅੱਗੋਂ ਬਾਬਾ ਹੀ ਕਹਿੰਦਾ ਨਾਮ ਜਪੋ। ਇਹ ਬਾਣੀ ਜਿਹੜੀ ਹੈ ਨਾ ਡਬਲ ਰੋਲ ਆ, ਨਾਲੇ ਸੰਸਾਰ ਦੇ ਕਾਰਜ ਠੀਕ ਕਰਦੀ ਹੈ, ਨਾਲੇ ਦਰਗਾਹ ਦੇ। ਹੁਣ ਇਸ ਵਿਸ਼ੇ 'ਤੇ ਸ਼ਬਦ ਸੁਣ ਲਓ। ਜੇ ਤੁਸੀਂ ਕਹੋ ਸਾਡਾ ਜੀ ਇਹ ਕੰਮ ਨਹੀਂ ਹੁੰਦਾ, ਕਿਵੇਂ ਕਰੀਏ? ਬਾਬਾ ਜੀ ਕਹਿੰਦੇ, ਜੇ ਲੋੜੇ ਵਰ ਬਾਲੜੀਏ, ਗੁਰਚਰਨੀ ਚਿੱਤ ਲਾਏ ਰਾਮ। ਇਹ ਭਾਈ ਜੇ ਤੁਹਾਡੀ ਬੱਚੀ ਨੂੰ ਪਤੀ ਨਹੀਂ ਮਿਲ ਰਿਹਾ, ਵਰ ਨਹੀਂ ਮਿਲ ਰਿਹਾ, ਓਵਰ ਏਜ ਹੁੰਦੀ ਜਾ ਰਹੀ ਹੈ, ਵੱਡੀ ਉਮਰ ਹੁੰਦੀ ਜਾ ਰਹੀ ਹੈ, ਤੇ ਐਂ ਕਰੋ ਗੁਰੂ ਦੇ ਲੜ ਲੱਗ ਜਾਓ, ਗੁਰੂ ਗੁਰੂ ਜਪੋ, ਗੁਰੂ ਕਿਸੇ ਨਾ ਕਿਸੇ ਨੂੰ ਮਿਲਾ ਦਊਗਾ। ਕਹੋ ਸਤਨਾਮ ਸ੍ਰੀ। ਇੱਕ ਬੱਚੀ ਬਹੁਤ ਜ਼ਿਆਦਾ ਪੜ੍ਹੀ ਸੀ, MA BA ਟੈਕ, MA ਟੈਕ ਆਦਿ ਆਦਿ ਵੱਡੀਆਂ ਕਲਾਸਾਂ। ਕਹਿੰਦੇ ਕਿਤੇ ਨਾ ਉਸ ਆਪਣੀ ਮਾਤਾ ਦੇ ਨਾਲ ਸਤਸੰਗ ਵਿੱਚ ਜਾਣ ਲੱਗ ਪਈ। ਕਦੇ ਕਦੇ ਛੁੱਟੀ ਹੁੰਦੀ, ਸਤਸੰਗ ਵਿੱਚ ਚਲੀ ਜਾਂਦੀ। ਇੱਕ ਦਿਨ ਦੀਵਾਨ ਲੱਗੇ, ਉਹਨਾਂ ਦੀਵਾਨਾਂ ਵਿੱਚ ਲਗਾਤਾਰ ਸੰਗਤ ਗਈ ਤੇ ਉਹ ਵੀ ਲਗਾਤਾਰ ਗਈ। ਗੁਰੂ ਸਾਹਿਬ ਦੇ ਬਚਨ ਸੁਣੇ, ਮਨ 'ਤੇ ਪ੍ਰਭਾਵ ਹੋਇਆ ਵੀ ਗੁਰੂ ਵਾਲੇ ਬਣਨਾ ਚਾਹੀਦਾ। ਤਾਂ ਜਦੋਂ ਸਮਾਪਤੀ ਹੋਈ, 5-7 ਦੀਵਾਨ ਸੀ, ਆਖਰੀ ਦੀਵਾਨਾਂ 'ਤੇ ਕਹਿਣ ਲੱਗੇ ਵੀ ਕੱਲ੍ਹ ਨੂੰ ਅੰਮ੍ਰਿਤ ਛਕਾਇਆ ਜਾਊਗਾ। ਤੁਸੀਂ 5 ਦਿਨਾਂ ਤੋਂ ਕਥਾ ਸੁਣ ਰਹੇ ਹੋ ਨਾ, ਕੱਲ੍ਹ ਨੂੰ ਅੰਮ੍ਰਿਤ ਛਕਾਉਣਾ, ਅਤੇ ਜਿਹਨੇ ਅੰਮ੍ਰਿਤ ਛਕਾਉਣਾ ਛਕਣਾ,
ਉਹ ਕੱਲ੍ਹ ਨੂੰ ਭਾਈ 10 ਵਜੇ ਤਿਆਰ ਪਰ ਤਿਆਰ ਹੋ ਕੇ ਆ ਜਿਓ। ਕੋ ਸਤਨਾਮ ਸੀ। ਉਹ ਜਿਹੜੀ ਲੜਕੀ ਬਹੁਤ ਪੜ੍ਹੀ ਲਿਖੀ ਸੀ ਪਰ ਹਜੇ ਵਿਆਹੀ ਨਹੀਂ ਸੀ, ਵੱਡੀ ਉਮਰ ਵੀ ਵੱਡੀ ਹੋ ਜਾਂਦੀ, ਪੜ੍ਹਾਈਆਂ ਵਿੱਚ ਹੋ ਜਾਂਦੀ ਹੈ। ਉਹ ਘਰੇ ਜਾ ਕੇ ਆਪਣੀ ਮਾਂ ਨੂੰ ਕਹਿਣ ਲੱਗੀ, ਬੇਬੇ ਮੇਰਾ ਜੀ ਕਰਦਾ ਮੈਂ ਵੀ ਅੰਮ੍ਰਿਤ ਛਕ ਲਾਂ। ਕਈ ਵਾਰੀ ਸਾਡਾ ਖਿਆਲ ਹੁੰਦਾ ਵੀ ਸੰਸਾਰ ਜਿਹੜਾ ਅੰਮ੍ਰਿਤਧਾਰੀ ਬੱਚਿਆਂ ਨੂੰ ਪ੍ਰਵਾਨ ਨਹੀਂ ਕਰਦਾ। ਵੈਸੇ ਚੱਲਣ ਵੀ ਇਹ ਬਣ ਗਿਆ ਕਲਯੁਗ ਦਾ ਕਿ ਲੜਕੀਆਂ ਕਹਿਣਗੀਆਂ ਸਾਨੂੰ ਤਾਂ ਕਲੀਨ ਸ਼ੇਪ ਚਾਹੀਦਾ, ਪੱਗ ਵਾਲਾ ਨਾ ਹੋਵੇ। ਅੰਮ੍ਰਿਤ ਤਾਂ ਪਰੇ ਰਹਿ ਗਿਆ। ਜਿਹੜੀਆਂ ਗੁਰਮੁਖ ਬੱਚੀਆਂ ਹੁੰਦੀਆਂ ਉਹਨਾਂ ਦਾ ਕਾਰਜ ਸਤਿਗੁਰੂ ਕਰ ਹੀ ਦਿੰਦਾ। ਉਹ ਬੱਚੀ ਨੇ ਕਿਹਾ ਮੈਂ ਅੰਮ੍ਰਿਤ ਛਕਣਾ, ਮਾਂ ਕਹਿੰਦੀ ਬਹਿ ਜਾ ਟਿਕ ਕੇ। ਪਹਿਲਾਂ ਤਾਂ ਪੜ੍ਹਾਈ ਕਰਦੀ ਕਰਦੀ ਨੇ ਵੱਡੀ ਉਮਰ ਕਰ ਲਈ ਹੈ, ਤੇਰਾ ਹਜੇ ਤੱਕ ਵਿਆਹ ਨਹੀਂ ਹੋਇਆ, ਆ ਹੁਣ ਤੂੰ ਅੰਮ੍ਰਿਤ ਛਕ ਲਾ, ਕਿਸੇ ਨੇ ਪਸੰਦ ਨਹੀਂ ਕਰਨਾ ਤੈਨੂੰ, ਮੁੜ ਕੇ ਵਿਆਹ ਨਹੀਂ ਹੋਣਾ। ਉਹ ਜਿੱਦ ਪੈ ਗਈ, ਕਹਿੰਦੀ ਮੈਂ ਤਾਂ ਅੰਮ੍ਰਿਤ ਛਕਣਾ। ਮਾਂ ਨੇ ਵਰਜਤਾ ਨਹੀਂ ਛਕਣਾ, ਚੁੱਪ ਕਰ ਗਈ। ਸੋਚਦੀ ਰਹੀ ਮੈਂ ਕੱਲ੍ਹ ਨੂੰ ਅੰਮ੍ਰਿਤ ਛਕਾਉਣਾ, ਕਿਵੇਂ ਉੱਥੇ ਪਹੁੰਚਾ। ਦੂਜੇ ਦਿਨ ਤੜਕੇ ਉੱਠੀ, ਇਸ਼ਨਾਨ ਕੀਤਾ ਕੇਸੀ। ਮਾਂ ਨੂੰ ਕਹਿੰਦੀ ਬੇਬੇ ਮੇਰਾ ਸਕੂਲ 'ਚੋਂ ਫੋਨ ਆਇਆ, ਮੈਂ ਜਾਣਾ ਹੈ। ਸਕੂਲ ਜਾਣ ਵਾਸਤੇ ਤਾਂ ਮਾਂ ਭੇਜਦੀ ਹੈ, ਪਰ ਕਈ ਵਾਰੀ ਮਾਂ ਪਿਓ ਕਹਿੰਦੇ ਦੂਜਿਆਂ ਦੇ ਬੱਚੇ ਤਾਂ ਗਿਆਨੀ ਪਾਠੀ ਹੋਣ ਪਰ ਸਾਡਾ ਬੱਚਾ ਨਾ ਇਸ ਪਾਸੇ ਜਾਵੇ। ਵਿਰਲੇ ਹੁੰਦੇ ਆ ਜਿਨ੍ਹਾਂ ਨੂੰ ਇਹ ਲੈਣ ਪਸੰਦ ਹੁੰਦੀ ਆ, ਹੈਨ ਵਿਰਲੇ ਨਾ ਹੀ ਕਨੇ। ਜੋ ਬੱਚੀ ਜਿਹੜੀ ਮਾਂ ਪਿਓ ਨੂੰ ਇਹ ਕਹਿ ਕੇ ਚਲੀ ਗਈ ਸਕੂਲ, ਪਰ ਚਲੀ ਗਈ ਜਿੱਥੇ ਅੰਮ੍ਰਿਤ ਛਕਾਉਣਾ ਸੀ। ਕੋ ਸਤਨਾਮ ਸੀ। ਅੰਮ੍ਰਿਤ ਛਕ ਲਿਆ। ਲਗਭਗ 2-2:30 ਵਜੇ ਸਮਾਪਤੀ ਹੋ ਗਈ ਦੀਵਾਨ ਦੀ। ਘਰੇ ਆਈ ਤੇ ਉੱਥੋਂ ਦੀ ਕਿਰਪਾਨ ਪਾਈ ਆ। ਉਹ ਸਿੰਘਾਂ ਨੇ ਕਹਿਤਾ ਸੀ ਵੀ ਜਿਹੜੇ ਸ਼ਾਸਤਰ ਆ ਉਹ ਗੁਰੂ ਘਰ 'ਚੋਂ ਦੇਵਾਂਗੇ ਭਾਈ, ਤੁਸੀਂ ਬਸ ਤਿਆਰ ਹੋ ਕੇ ਆ ਜਿਓ। ਇਸ ਕਰਕੇ ਉਹਨੂੰ ਉੱਥੋਂ ਸ਼ਾਸਤਰ ਮਿਲ ਗਏ, 5 ਕਕਾਰ ਮਿਲ ਗਏ, ਚਾਰੇ। 5ਵਾਂ ਕੇਸ ਹੈ, ਇਹ ਤਾਂ ਬੰਦੇ ਦੇ ਨਾਲ ਹੀ ਹੈ। ਤੋ 5 ਕਕਾਰ ਪਹਿਨ ਕੇ ਬੀਬੀ ਜਿਹੜੀ ਆ ਜਦੋਂ ਸ਼ਾਮਾਂ ਨੂੰ ਘਰੇ ਆਈ, ਉੱਤੋਂ ਦੀ ਕਿਰਪਾਨ ਪਾਈ, ਆ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਂ ਪਿਓ ਗੁੱਸੇ ਹੋਣ ਲੱਗੇ, ਪੁੱਤ ਇਹ ਕੀਤਾ ਤੂੰ ਚੰਗਾ ਨਹੀਂ ਕੀਤਾ, ਹੁਣ ਆਪਾਂ ਕਿਵੇਂ ਤੇਰਾ ਵਿਆਹ ਕਰਾਂਗੇ। ਮਾਂ ਪਿਓ ਦੀ ਗੱਲ ਮੰਨੀ ਦੀ ਆ। ਉਹ ਕਹਿੰਦੀ ਜਦੋਂ ਮੈਂ ਅੰਮ੍ਰਿਤ ਛਕਿਆ ਨਾ, 5 ਪਿਆਰੇ ਕਹਿਣ ਲੱਗੇ ਲਓ ਵੀ ਅੱਜ ਤੋਂ ਬਾਅਦ ਤੁਸੀਂ ਵਾਸੀ ਹੋ ਗਏ ਅਨੰਦਪੁਰ ਸਾਹਿਬ ਦੇ। ਤੁਹਾਡਾ ਪਿਤਾ ਹੋ ਗਿਆ ਗੁਰੂ ਗੋਬਿੰਦ ਸਿੰਘ ਅਤੇ ਮਾਂ ਹੋ ਗਈ ਮਾਤਾ ਸਾਹਿਬ ਕੌਰ। ਅਤੇ ਉਹ ਕਹਿੰਦੀ ਮਾਂ ਹੁਣ ਪਿਓ ਨੂੰ ਫਿਕਰ ਹੁੰਦਾ ਨਾ, ਹੁਣ ਮੇਰੇ ਪਿਓ ਗੁਰੂ ਗੋਬਿੰਦ ਸਿੰਘ ਨੂੰ ਫਿਕਰ ਹੈ, ਜੇ ਉਹਦੀ ਇੱਛਾ ਹੋਈ ਤਾਂ ਮੈਨੂੰ ਆਪੇ ਇਹੋ ਜਿਹਾ ਪਤੀ ਮਿਲ ਜੂਗਾ ਜਿਹੋ ਜਿਹੇ ਰਾਹ 'ਤੇ ਮੈਂ ਚੱਲ ਪਈ ਹਾਂ। ਕਹੋ ਸਤਨਾਮ ਸ੍ਰੀ। ਮੈਂ ਗਲਤ ਰਾਹ ਨਹੀਂ ਫੜਿਆ, ਗੁਰੂ ਵਾਲੀ ਬਣੀ ਆ। ਹੁਣ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਲਾਜ ਆ, ਮੈਂ ਤਾਂ ਆਪਣਾ ਉਹਨੂੰ ਸਮਰਪਣ ਕਰਤਾ, ਜਿਵੇਂ ਮੈਂ ਆਪਣੇ ਮਾਂ ਪਿਓ ਨੂੰ ਕੀਤਾ। ਮਾਂ ਪਿਓ ਦੇ ਮੁਤਾਬਕ ਅੱਜ ਤੱਕ ਪੜ੍ਹਾਈ ਕਰਦੇ ਰਹੀ। ਅੱਜ ਮੈਂ ਗੁਰੂ ਵਾਲੀ ਬਣ ਕੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਅੱਗੇ ਹੀ ਅਰਦਾਸ ਜੋਦੜੀ ਕਰਾਂਗੇ। ਸਮਾਂ ਆਇਆ, ਗੁਰੂ ਪਿਆਰਿਓ, ਗੁਰੂ ਨੇ ਕਿਰਪਾ ਕੀਤੀ, ਉਸ ਨੂੰ ਅੰਮ੍ਰਿਤਧਾਰੀ ਲੱਗਿਆ ਹੋਇਆ ਕੋਈ ਪ੍ਰਿੰਸੀਪਲ ਵਧੀਆ ਮਾਸਟਰ ਮਿਲ ਗਿਆ, ਨੌਕਰੀ ਲੱਗਿਆ ਉਹਦੇ ਹਨ ਦਾ ਮਿਲ ਗਿਆ। ਉਹ ਵਿਆਹੀ ਗਈ, ਵਿਆਹ ਕੇ ਚਲੀ ਗਈ, ਖੁਸ਼ ਹੈ, ਉਹ ਵੀ ਖੁਸ਼ ਹੈ, ਲੜਕਾ ਵੀ ਬਹੁਤ ਸੁੰਦਰ ਹੈ, ਅੰਮ੍ਰਿਤਧਾਰੀ ਹੈ, ਸਾਬਤ ਸੂਰਤ ਹੈ, ਚੜ੍ਹਦੀ ਕਲਾ ਹੈ। ਪਰ ਕੁਝ ਸਮੇਂ ਦੇ ਬਾਅਦ ਬੱਚਾ ਬਿਮਾਰ ਰਹਿਣ ਲੱਗਿਆ ਅਤੇ ਗੁਰੂ ਕਹਿੰਦਾ ਦੁੱਖ ਸੁੱਖ ਦੋਇਦਾਰ ਕੱਪੜੇ, ਸੁੱਖ ਦੁੱਖ ਦੋਇਦਾਰ ਕੱਪੜੇ, ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਬਿਮਾਰ ਰਹਿਣ ਲੱਗਿਆ, ਕਹਿੰਦੇ ਕਈ ਥਾਵਾਂ ਤੋਂ ਇਲਾਜ ਕਰਾਇਆ, ਬਿਮਾਰੀ ਨਾ ਹਟੀ। ਹੁਣ ਇੱਕ ਬੱਚਾ ਵੀ ਹੋ ਗਿਆ। ਕੀ ਹੋਇਆ ਤੁਹਾਨੂੰ ਪਤਾ ਵੀ ਆਂਢੀ ਗੁਆਂਢੀ ਸਿਆਣੇ ਬਣਦੇ ਆ, ਫਲਾਣੇ ਸਿਆਣੇ ਨੂੰ ਪੁੱਛ ਲਓ ਭਾਈ ਤੁਹਾਨੂੰ ਦਵਾਈ ਨਹੀਂ ਲੱਗਦੀ, ਕੋਈ ਵੱਡਿਆਂ ਦੀ ਔਕੜ ਨਾ ਹੋਵੇ, ਆਦਿ ਆਦਿ ਇਹ ਪੁੱਛਣ ਲੱਗੇ। ਉਹ ਕਹਿੰਦੀ ਅਸੀਂ ਕਿਸੇ ਨੂੰ ਨਹੀਂ ਪੁੱਛਣਾ, ਗੁਰੂ ਗੋਬਿੰਦ ਸਿੰਘ ਨੂੰ ਪੁੱਛਣਾ, ਹੋਰ ਕਿਸੇ ਨੂੰ ਕੁਛ ਨਹੀਂ ਪੁੱਛਣਾ। ਨਾ ਕਿਸੇ ਕੋਲੇ ਉਹ ਗਈ, ਆਪਦੇ ਪੇਕੇ ਕਿਤੇ ਮਿਲਣ ਚਲੀ ਗਈ। ਮਾਂ ਵੀ ਕਹਿੰਦੀ ਪੁੱਤ ਚੰਗਾ ਨਹੀਂ ਕੀਤਾ ਤੂੰ ਅੰਮ੍ਰਿਤ ਛਕ ਕੇ। ਹੁਣ ਗੁਰੂ ਇਹ ਤਾਂ ਨਹੀਂ ਕਹਿੰਦਾ ਵੀ ਦੁੱਖ ਨਹੀਂ ਆਉਣਗੇ, ਕਿਉਂਕਿ ਜਿਹੜੇ ਕਰਮ ਕੀਤੇ ਆ ਉਹ ਭੋਗਣੇ ਤਾਂ ਪੈਣੇ ਹੀ ਆ, ਪਰ ਗੁਰੂ ਦੇ ਲੜ ਲਾ ਕੇ ਉਹਨਾਂ ਨੂੰ ਭੋਗਣ ਦੀ ਸ਼ਕਤੀ ਮਿਲ ਜਾਂਦੀ ਆ।
ਮਨਮੁਖ ਅੰਧਾ ਦੂਜੈ ਭਾਏ ਲਾਗੈ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾਵਣਿਆ। ਨਹੀਂ ਤਾਂ ਫਿਰ ਜੋ ਬੀਜਦਾ ਉਹ ਭੋਗਣਾ ਪੈਂਦਾ। ਮਨਮੁਖ ਦੁਖੀ ਹੋ ਕੇ ਭੋਗਦਾ, ਗੁਰਮੁਖ ਉਹਦੇ ਭਾਣੇ 'ਚ ਆ ਕੇ ਭੋਗ ਲੈਂਦਾ। ਉਹਦੀ ਆਤਮਾ ਰੱਬ ਨਾਲ ਜੁੜੀ ਰਹਿੰਦੀ ਹੈ, ਖੁਸ਼ ਰਹਿੰਦਾ। ਹੁਣ ਕੀ ਹੋਇਆ, ਕਹਿੰਦੇ ਜਦ ਪੇਕੇ ਮਿਲਣ ਗਈ ਤੇ ਮਾਂ ਕਹਿੰਦੀ ਆਪਣੇ ਨਾ ਫਲਾਣੇ ਪਿੰਡ ਵਿੱਚ ਇੱਕ ਸਿਆਣਾ ਰਹਿੰਦਾ, ਆਪਾਂ ਉਹਨੂੰ ਪੁੱਛੇ ਆਉਣੇ ਆ। ਉਹ ਕਹਿੰਦੀ ਮਾਂ ਮੈਂ ਕਿਸੇ ਨੂੰ ਪੁੱਛਣ ਨਹੀਂ ਜਾਣਾ, ਮੈਂ ਆਪਣੇ ਧਰਮ 'ਤੇ ਹਾਂ, ਆਪੇ ਗੁਰੂ ਨੇ ਜਿਵੇਂ ਕਰਨਾ ਉਵੇਂ ਕਰੂ। ਕਿਉਂਕਿ ਪੜ੍ਹੀ ਲਿਖੀ ਵੀ ਸੀ, ਗਿਆਨ ਵੀ ਹੋ ਗਿਆ, ਹੌਲੀ ਹੌਲੀ ਕਥਾ ਵਾਰਤਾ ਵੀ ਸੁਣੀ, ਗੁਰੂ ਨਾਲ ਵੀ ਜੁੜੀ। ਜਦੋਂ ਜ਼ੋਰ ਪਾਇਆ ਮਾਂ ਨੇ ਤੇ ਪੇਕਿਆਂ ਨੂੰ ਛੱਡ ਕੇ ਫਿਰ ਆਪਣੇ ਪਿੰਡ ਆ ਗਈ ਸਹੁਰੇ। ਤੇ ਇੱਕ ਦਿਨ ਗੁਰੂ ਪਿਆਰਿਓ ਉਹਨੂੰ ਕਿਸੇ ਨੇ ਤਾਨਾ ਮਾਰਿਆ ਸੀ, ਹਾਂ ਗੁਰੂ ਗ੍ਰੰਥ ਸਾਹਿਬ ਕੀ ਕਰੂਗਾ, ਇਹ ਕਿਹੜਾ ਬੋਲਦਾ। ਉਹ ਬੀਬੀ ਦਾ ਐਡਾ ਦ੍ਰਿੜ ਇਰਾਦਾ ਬਣਿਆ, ਭਰੋਸਾ ਬਣਿਆ, ਉਹ ਗੁਰੂ ਨੂੰ ਤਿਆਗ ਕੇ ਕਿਧਰੇ ਜਾਣ ਨੂੰ ਤਿਆਰ ਨਹੀਂ। ਤੇ ਇੱਕ ਦਿਨ ਪਰਮੇਸ਼ਰ ਨੇ ਕਲਾ ਵਰਤਾਈ। ਉਹਨਾਂ ਦੇ ਪਿੰਡ ਦੇ ਗੁਰੂ ਘਰ ਦਾ ਕਿਤੇ ਜਿਹੜਾ ਦਰਬਾਰ ਸੀ ਉਹ ਪੁਰਾਣਾ ਸੀਗਾ, ਮੀਂਹ ਬਹੁਤ ਪਏ ਤੇ ਚਿਉਣ ਲੱਗ ਪਿਆ। ਤੇ ਉਹਨਾਂ ਨੇ ਸੋਚਿਆ ਵੀ ਦਰਬਾਰ ਢਾਹ ਕੇ ਨਵੇਂ ਬਣਾ ਲੈਂਦੇ ਆ ਹੁਣ, ਪਰ ਉਨੇ ਦਿਨ ਪ੍ਰਕਾਸ਼ ਕਿੱਥੇ ਕਰੀਏ। ਉਹ ਰੋਜ਼ ਗੁਰੂ ਨੂੰ ਘਰੇ ਯਾਦ ਕਰਦੀ, ਮਹਾਰਾਜ ਕਰੋ ਕਿਰਪਾ ਕਰੋ ਕਿਰਪਾ। ਤੇ ਇੱਕ ਦਿਨ ਤੜਕੇ ਅੰਮ੍ਰਿਤ ਵੇਲੇ, ਜਿਵੇਂ ਪਿਛਲੇ ਦਿਨੀ ਬਹੁਤ ਮੀਂਹ ਪਿਆ, ਤੇ ਗੁਰੂ ਕੇ ਸਿੱਖਾਂ ਨੇ ਸੋਚਿਆ, ਸੰਗਤ ਨੇ ਸੋਚਿਆ ਵੀ ਇੱਦਾਂ ਕਰਦੇ ਆ, ਉਹ ਫਲਾਣੇ ਗੁਰਸਿੱਖ ਹੈ ਦੋਨੇ ਪਤੀ ਪਤਨੀ, ਉਹਨਾਂ ਦੇ ਘਰੇ ਕੋਈ ਐਸੀ ਵੈਸੀ ਨਸ਼ਾ ਆਦਿ ਨਹੀਂ ਵਰਤਿਆ ਜਾਂਦਾ, ਉਹਨਾਂ ਦੇ ਕਮਰੇ ਵੀ ਖਾਲੀ ਹੈਗੇ, ਆਪਾਂ ਉਹਨਾਂ ਦੇ ਘਰੇ ਪ੍ਰਕਾਸ਼ ਕਰ ਦਿੰਦੇ ਹਾਂ, ਸੰਗਤ ਉਹਨੇ ਦਿਨ ਉੱਥੇ ਨਮਸਕਾਰ ਕਰ ਲੂਗੀ, ਇੱਧਰ ਤਿਆਰੀ ਕਰ ਲਾਂਗੇ ਦਰਬਾਰ ਦੀ। ਕਹੋ ਸਤਨਾਮ ਸਿੰਘ। ਤੜਕੇ ਦਿਨ ਚੜ੍ਹਦੇ ਦੇ ਨਾਲ ਹੀ ਉਹ ਅੰਦਰ ਸਫਾਈ ਕਰ ਰਹੀ ਆ, ਤੇ ਬਾਹਰੋਂ ਬਾਰ ਖੜਕਾਇਆ। ਜਦ ਉਸਨੇ ਆ ਕੇ ਬਾਹਰ ਖੋਲ੍ਹਿਆ, ਕੀ ਵੇਖਦੀ ਹੈ, ਸਾਹਮਣੇ ਸਿੰਘਾਂ ਦੇ ਸੀਸ 'ਤੇ ਮਹਾਰਾਜ ਪ੍ਰਕਾਸ਼ ਹੈ, ਸੁਖ ਆਪਣਾ ਮਹਾਰਾਜ ਸਵਾਰ ਹੈ। ਉਹ ਹੈਰਾਨ ਹੋ ਗਈ, ਨਮਸਕਾਰ ਕਰਦੀ ਹੈ, ਪਹਿਲਾਂ ਮੱਥਾ ਟੇਕਦੀ ਹੈ, ਕਹਿੰਦੀ ਆਓ ਵੀਰ ਜੀ। ਕਹਿੰਦੇ ਬੇਟਾ ਤੁਹਾਡੇ ਘਰੇ ਕੋਈ ਗਲਤ ਵਸਤੂ ਨਹੀਂ ਆਉਂਦੀ, ਤੁਸੀਂ ਦੋਨੇ ਮੀਆਂ ਬੀਬੀ ਗੁਰਸਿੱਖ ਹੋ, ਤੇ ਜਿਹੜਾ ਕਮਰਾ ਖਾਲੀ ਹੈ ਨਾ ਉੱਥੇ ਪ੍ਰਕਾਸ਼ ਕਰਨਾ ਹੈ ਅਸੀਂ। ਕਹੋ ਸਤਨਾਮ ਸਿੰਘ। ਤੇ ਸੰਗਤਾਂ ਤੁਹਾਡੇ ਘਰੇ ਦਰਸ਼ਨ ਕਰ ਲਿਆ ਕਰਨਗੀਆਂ, ਦਰਬਾਰ ਸਾਹਿਬ 'ਚ ਆਉਣ ਲੱਗ ਗਿਆ ਆਪਣਾ, ਅਸੀਂ ਉਹ ਦਰਬਾਰ ਸਾਹਿਬ ਨੂੰ ਠੀਕ ਕਰਨਾ। ਕਹੋ ਸਤਨਾਮ ਸਿੰਘ। ਉਹ ਹੈਰਾਨ ਹੋਈ, ਨਾਲੇ ਅੱਖਾਂ 'ਚੋਂ ਪਾਣੀ ਘੇਰੀ ਜਾਵੇ ਵੀ ਆ ਮੈਂ ਤਾਂ ਬੇਨਤੀਆਂ ਤਾਂ ਕਰਦੀ ਸੀ ਵੀ ਮਹਾਰਾਜ ਕਿਰਪਾ ਕਰੋ, ਸਾਡੇ ਵੀ ਚਰਨ ਪਾ ਦਿਓ। ਚਰਨ ਦੋ ਤਰ੍ਹਾਂ ਨਾਲ ਹੈ, ਸ਼ਬਦ ਦਾ ਹਿਰਦੇ ਵਿੱਚ ਵਸਣਾ ਵੀ ਚਰਨ ਪੈਣੇ ਆ, ਤੇ ਤਾਂ ਪ੍ਰਤੱਖ ਹੀ ਆ ਗਿਆ। ਫਿਰ ਉਹਨਾਂ ਨੇ ਘਰੇ ਕਈ ਮਹੀਨੇ ਪ੍ਰਕਾਸ਼ ਰਿਹਾ, ਉੱਧਰ ਨਵਾਂ ਦਰਬਾਰ ਸਾਹਿਬ ਤਿਆਰ ਕਰਿਆ ਉਹਨਾਂ ਨੇ। ਪਰ ਉਸ ਤੋਂ ਬਾਅਦ ਉਹਨਾਂ ਨੂੰ ਦਵਾਈ ਲੈਣ ਦੀ ਲੋੜ ਨਹੀਂ ਪਈ, ਉਸ ਦੇ ਪਤੀ ਦੀ ਬਿਮਾਰੀ ਖਤਮ ਹੋ ਗਈ, ਜਿਹਨੂੰ ਕਿ ਦਵਾਈ ਕਹਿੰਦੇ ਕੋਈ ਲੱਗਦੀ ਨਹੀਂ ਸੀ। ਹੁਣ ਉਹਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪਈ। ਇਹ ਪ੍ਰੀਖਿਆ ਸੀ ਸਿੱਖ ਦੀ। ਤੋ ਜਿਹੜੇ ਰਤਨ ਨੂੰ ਪ੍ਰਾਪਤ ਤਿਆਰ ਕਰਕੇ, ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਕੇ ਬਾਕੀ ਸਭ ਤਿਆਗ ਦਿੰਦੇ ਆ, ਉਹਨਾਂ ਦੀ ਗੁਰੂ ਬਾਂਹ ਫੜਦਾ। ਰਤਨ ਪਦਾਰਥ ਪੱਲਰ ਤਿਆਗੈ, ਰਤਨ ਪਦਾਰਥ ਪ੍ਰਾਪਤ ਕਰਕੇ ਬਾਕੀ ਪਰਾਲੀ ਦੀ ਨਿਆਈ ਜਾਣ ਕੇ ਸੰਸਾਰ ਨੂੰ ਤਿਆਗ ਦਿੱਤਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਸੰਸਾਰ ਦੀ ਗੱਲ ਕਰਦੇ ਆ। ਮਨਮੁਖ ਅੰਧਾ ਦੂਜੈ ਭਾਏ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁੱਖ ਨ ਪਾਵਣੇ ਆ। ਜਿਹੜੇ ਮਾਲਕ ਨੂੰ ਤਿਆਗ ਕੇ ਕਹਿੰਦੇ ਆ ਕਿ ਸਾਡੇ ਕੋਲੇ ਮਾਇਆ ਬਹੁਤ ਹੈ, ਅਸੀਂ ਮਾਇਆ ਨਾਲ ਤਕੜੇ ਆ, ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਆਉਂਦਾ। ਜੇ ਮਾਲਕ ਦਾ ਪੱਲਾ ਛੱਡ ਦੇਣ ਤਾਂ ਕਹੋ ਸਤਨਾਮ ਸਿੰਘ। ਜੇ ਮਾਲਕ ਨੂੰ ਛੱਡ ਜਾਣ, ਤੇ ਜਿਹੜੇ ਮਾਲਕ ਨੂੰ ਯਾਦ ਰੱਖਦੇ ਆ, ਮਾਲਕ ਉਹਨਾਂ ਦੇ ਕਾਰਜ ਰਸ ਕਰਦਾ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਜਿਨ੍ਹਾਂ 'ਤੇ ਉਹ ਆਪਣੀ ਕਿਰਪਾ ਕਰਦਾ ਹੈ ਉਹਨਾਂ ਨੂੰ ਉਹ ਆਪ ਹੀ ਮਿਲ ਪੈਂਦਾ, ਆਪ ਮਿਲਦਾ, ਆਪ ਹੀ ਲੱਭਦਾ। ਗੁਰੂ ਨਾਨਕ ਨੇ ਆਪ ਹੀ ਜਾ ਕੇ ਲੱਭਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਟ ਸਾਹਿਬ ਤਪੱਸਿਆ ਕਰਦੇ ਸੀਗੇ, ਇਹਨਾਂ ਦਾ ਨਾਮ ਸੀ ਦੁਸ਼ਟ ਦਮਨ। ਇਹਨਾਂ ਦੇ ਨਾਲ 7 ਰਿਸ਼ੀ ਹੋਰ ਸੀ,
कोई राम जी का सेवक सी, कोई कृष्ण जी का सेवक सी, कोई मुहम्मद साहब का सेवक सी। 7 साधु 7 ऋषि होर तपस्या करते सीगे। ते जिदन इन्हों अकाल पुरख ने हुक्म दिता भी दुष्ट दमन मातलोक जाओ, जुल्म बहुत बढ़ गया, जुल्म का खात्मा करके आ। ते पातशाह अपनी कथा आप दसदे आ, आप मैं अपनी कथा बकानो तप साध जे विद मोहे आनो। तो जो परमेश्वर ने हुक्म दिता तो इन्होंने आग्या 7 मनी। तो परमेश्वर तो वापस फिर कहते हेमकुंड ते आए अपनी उस साथियों को मिलने वास्ते जेडे इन्हों कहते सी बख्शे तपस्वी जी। उन्होंने फील हो गया सीगा भी इन्हों ते बड़ी किरपा है परमेश्वर की। किवें फील होया? एक दिन किते जो गुरु गोबिंद सिंह नूं कहंदे उतों उपरों आवाज़ आई भी दुष्ट दमन मेरे को आ। तो उन्होंने तड़के जो दोपहरे इकट्ठे होंदे ऋषि सारे धुप्पे आके बहिंदे आ गुफावां चों निकल के। ऋषियों को एक बख्शे तपस्वी जी कहन लगे, दुष्ट दमन जी कहन लगे बई मित्रों मैनू ना परमेश्वर ने बुलाया, मैनू रात इदा फुरना आया भी मैनू लगता मैं शरीर छड्ड के परमेश्वर कोले जाना। तो मैनू सद्दिया, मैनू लगता मैं इत्थों कोई काम लेना। वो 7 ऋषि कहन लगे भी गल सुनो, ये पहाड़ों विच भी सानू माया छड्डदी नहीं, कोई माया का छल ना होवे, तुहानू भगती चो पटदी होवे, छड्डो खैरा रह जाओ, बैठे रहो इत्थे। वो कहन लगे ठीक आ। जद कहते दूजा दिन की रात हुई, फिर उदन की शाम पई, रात हुई। रात नूं उन्हां ऋषियां दे जिहड़े आराध्या सीगे, राम वाला राम आया, कृष्ण वाले नूं कृष्ण जी मिले, मुहम्मद वाले नूं मुहम्मद जी मिले, भाव उन्हां दे गुरु उन्हां नूं मिले सुपने विच वांगू। उन्होंने कहा भी तुसी बख्शे तपस्वी जी नूं रोको ना, जान दिओ, इन्हां नूं सद्दिया परमेश्वर ने। जिवें बाबे नानक नूं बेई नदी चों सुनेहा दिता जल देवते ने बई नानक जी मैनूं हुक्म होया है भी तुहानूं भेजां ते तुसी अकाल पुरख कोले जाओ। उत्थे अलोप हो गए सी बाबा नानक जी। ये कहन लगे ना जाओ तुसी, एवें भगती चों पटदी ना होवे, कोई माया का फरेब ना होवे, छल ना होवे। कहने चलो ठीक आ। दूजे दिन तड़के उठ के कहते जी जाओ तुसी। रात नूं मैनू मेरा पीर मेरा गुरु मिलिया सीगा, उन्होंने कहा भी इन्हों बुलाया कोई जरूरी काम है, कहो सतनाम भेजो इन्हों, तुसी जाओ। कहते जी ठीक आ। पर वो कहते भी साडा सोडे बिना जी नहीं लगना, तुसी चले हो। जे तुसी मातलोक विच गए तो साडा इत्थे कल्लियां दा की बनूगा, असीं तां तुहाडे नाल बड़ा जी लग्या सीगा। वो कहते कोई नहीं, पहला मिलते हैं परमेश्वर जी नूं, फिर जिवें कहणगे उवें करते हैं। फिर उत्थों वापस आए तो ऋषि पूछ रहा जी की हुक्म होया? कहते मातलोक जाण दा हुक्म है, मैं मातलोक दे विच जाके जुल्म दे राज नूं खत्म करके प्रेम दा राज पैदा करना। वो ऋषि कहते फिर सानू की हुक्म है? कहते तुसी भी दुनिया में जन्म लै लो, फिर आप इकट्ठे किवें होवांगे? वो कहते मैं आपे लभ लूँगा जिथे भी होंगे, कहो सतनाम सी। फिर उन्होंने लभ ले। वो ऋषि चाहे 5 प्यारिਆਂ के रूप च होण जां 4 साहिबजादिਆਂ के रूप च होण जां कोई होर रूप होवे, वो ऋषि फिर दोबारा फिर गुरु गोबिंद सिंह जी नाल इकट्ठे होए ते जंगां युद्धां दे विच जुल्म दा राज खत्म किया। अपनी किरपा करे सोई जन पाए, जिन्हां ते वो किरपा करदा है उन्हां नूं अपने नाल मेल लैंदा। गुर का शब्द मन वसाए, ते किरपा की निशानी की है, किरपा का लक्षण की है? उन्होंने गुरु के बचन चंगे लगते हैं। जे तुसी तंदुरुस्त हो तो तुहानू रोटी की भुख चंगी लगती है। भुख लगन का लक्षण की कहता है? भाई शरीर तंदुरुस्त है। जे घरे जवाक रोटी ना खावे चज नाल, कहते नहीं माँ भुख नहीं, नहीं माँ भुख नहीं, तो माँ की सोचती है इनू भुख क्यों नहीं लगती, कोई बीमारी ना हो, चलो वैद नूं मिलते हैं, कोई सतनाम सी। सच है नाम की लागै भूख, उत भूखै खाए चलिए दुख। जिन्होंने नाम की भुख लगती है वह तंदुरुस्त समझो, कोई सतनाम। उन्होंने तो गुरु की कृपा है। गुर का शब्द मन वसाए, वो गुरु के शब्द नूं जपदे आ, उन्होंने बाणी जपण का चाव चढ़दा, उन्होंने तड़के सदेहा उठण का चाह चढ़दा। उठ के शब्द नाल जुड़ते हैं।
ਤੇ ਦੂਸਰਾ ਲੱਛਣ ਹੈ ਤੰਦਰੁਸਤੀ ਦਾ, ਆਤਮਾ ਦੀ ਤੰਦਰੁਸਤੀ ਦਾ। ਅਨ ਦਿਨ ਸਦਾ ਰਹਿ ਭੈ ਅੰਦਰ, ਉਹ ਗੁਰੂ ਦੇ ਡਰ ਵਿੱਚ ਵਿਚਰਦੇ ਆ, ਗੁਰੂ ਦੇ ਭੈ ਵਿੱਚ ਰਹਿੰਦੇ ਆ। ਇਹ ਵੀ ਗੁਰੂ ਦੀ ਕਿਰਪਾ ਦਾ ਲੱਛਣ ਹੈ। ਨਹੀਂ ਤਾਂ ਹੰਕਾਰ ਹੋ ਜਾਂਦਾ ਬੰਦੇ ਨੂੰ, ਮਾੜੀ ਜੀ ਗੱਲ ਤੇ ਹੰਕਾਰਿਆ ਸੋ ਮਾਰਿਆ। ਕੋਈ ਸਤਨਾਮ। ਸਹੇ ਖਰਗੋਸ਼ ਦੀ, ਸਹੇ ਤੇ ਖਰਗੋਸ਼ ਦੀ ਜਿਹੜੀ ਕਹਾਣੀ ਹੈ ਸਾਡੀਆਂ ਬਚਪਨ ਦੀਆਂ ਕਿਤਾਬਾਂ ਵਿੱਚ, ਸਹੇ ਤੇ ਖਰਗੋਸ਼ ਨੇ ਆਪਣਾ ਸਹੇ ਨੇ ਤੇ ਕੱਛੂ ਕੁੰਮੇ ਨੇ, ਮਾਫ ਕਰਨਾ, ਸਾਹਾ ਤੇ ਕੱਛੂ ਕੁੰਮਾ। ਹੁਣ ਕੱਛੂ ਕੁੰਮਾ ਬੜਾ ਹੌਲੀ ਹੌਲੀ ਚੱਲਦਾ ਪੰਜਾਂ ਚਾਰਾਂ ਪੈਰਾਂ ਦੇ ਨਾਲ, ਖਰਗੋਸ਼ ਦੀਆਂ ਬੜੀਆਂ ਲੰਮੀਆਂ ਛਾਲਾਂ ਹੈ। ਖਰਗੋਸ਼ ਨੂੰ ਹੰਕਾਰ ਹੋ ਗਿਆ ਕਿ ਮੈਂ ਬਹੁਤ ਤੇਜ਼ ਹਾਂ। ਇੱਕ ਦਿਨ ਦੋਨਾਂ ਦੀ ਸ਼ਰਤ ਲੱਗ ਗਈ, ਕਹਿੰਦੇ ਠੀਕ ਹੈ ਆਪਾਂ ਇਹ ਛੱਪੜ ਤੋਂ ਫਲਾਣੇ ਛੱਪੜ ਤੱਕ ਪਹੁੰਚਦੇ ਹਾਂ, ਫਿਰ ਦੇਖਦੇ ਹਾਂ ਕਿਹੜਾ ਪਹਿਲਾਂ ਜਾਂਦਾ। ਚੱਲ ਪਏ ਦੋਨੇ ਜਣੇ। ਖਰਗੋਸ਼ ਨੇ ਸੋਚਿਆ ਮੈਂ ਤਾਂ 4 ਛਾਲਾਂ ਮਾਰੀਆਂ ਉਹ ਛੱਪੜ 'ਤੇ ਪਹੁੰਚ ਜਾਊਗਾ, ਇਹ ਤਾਂ ਹੌਲੀ ਹੌਲੀ ਆਊਗਾ। ਉਹਨੇ ਛਾਲਾਂ ਮਾਰੀਆਂ 2 ਕਿਤੇ ਰਾਹ ਦੇ ਵਿੱਚ ਰੁਕ ਗਿਆ, ਕਿਤੇ ਛਾਵੇਂ ਸੌਂ ਗਿਆ। ਕੱਛੂ ਚੱਲਦਾ ਰਿਹਾ ਤੇ ਕੱਛੂ ਚੱਲਦਾ ਚੱਲਦਾ ਪਹੁੰਚ ਗਿਆ। ਜੋ ਜਾਗ ਆਈ ਹੋਏ ਉਹ ਤਾਂ ਪਹੁੰਚ ਨਾ ਗਿਆ ਹੋਵੇ, ਮਾਰੀਆਂ 2 ਛਾਲਾਂ ਪਰ ਅੱਗੇ ਜਾ ਕੇ ਵੇਖਦਾ ਉਹ ਪਹਿਲਾਂ ਹੀ ਬੈਠਾ। ਇਸ ਕਰਕੇ ਉਹ ਡਰ ਵਿੱਚ ਰਹਿੰਦੇ ਆ ਕਿਤੇ ਮੇਰਾ ਗੁਰੂ ਨਾਲੋਂ ਪ੍ਰੇਮ ਟੁੱਟ ਨਾ ਜਾਵੇ। ਆਂਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਇਉਂ ਗੁਰੂ ਦੇ ਡਰ ਵਿੱਚ ਰਹਿੰਦੇ ਹੋਏ ਬਾਕੀ ਭਰਮਾਂ ਨੂੰ ਛੱਡ ਕੇ ਕੇਵਲ ਪਰਮੇਸ਼ਰ ਦੇ ਭੈ ਵਿੱਚ ਰਹਿੰਦੇ, ਬਾਕੀ ਭਰਮਾਂ ਨੂੰ ਛੱਡ ਦਿੰਦੇ ਆ, ਬਾਕੀ ਡਰ ਵੀ ਨਿਕਲ ਜਾਂਦੇ ਆ। ਭਰਮ ਚੁਕਾਇਆ ਸਦਾ ਸੁਖ ਪਾਇਆ। ਤੇ ਜਿਨ੍ਹਾਂ ਨੇ ਭਰਮ ਭੁਲੇਖਿਆਂ ਤੋਂ ਨਿਕਲ ਗਏ, ਭਰਮ ਕੀ ਹੈ? ਜਿਵੇਂ ਰੱਸੀ ਨੂੰ ਹਨੇਰੇ ਵਿੱਚ ਸੱਪ ਮੰਨ ਲੈਣਾ, ਇਹ ਭਰਮ ਹੈ। ਪਰ ਪਤਾ ਨਹੀਂ ਲੱਗਦਾ ਵੀ ਹੈ ਰੱਸੀ ਕੇ ਸੱਪ। ਤੇ ਤੁਸੀਂ ਇਹ ਤਜਰਬਾ ਕਰ ਲਓ ਤੇ ਚਾਹੇ ਸੋਚ ਲਓ ਵੀ ਜਦੋਂ ਅਸੀਂ ਰੱਸੀ ਨੂੰ ਵੇਖ ਕੇ ਸੱਪ ਮੰਨ ਲਿਆ ਤਾਂ ਅੰਦਰ ਡਰ ਪੈਦਾ ਹੋ ਜਾਊਗਾ ਨਾ। ਡਰ ਪੈਦਾ ਹੋਇਆ ਤੇ ਦਿਲ ਧੜਕਣ ਲੱਗ ਜਾਊਗਾ। ਡਰੀਏ ਜੇ ਡਰ ਹੋਵੇ ਹੋਰ ਡਰ ਡਰਨਾ ਮਨ ਕਾ ਸੋਰ। ਇਹ ਅੰਦਰੋਂ ਡਰ ਪੈਦਾ ਹੁੰਦਾ ਤੇ ਅੰਦਰ ਹੀ ਖਤਮ ਕਰਦਾ ਗੁਰੂ ਦਾ ਸ਼ਬਦ। ਕਹੋ ਸਤਿਨਾਮ ਸ੍ਰੀ। ਡੱਡਾ ਡਰ ਆਵੇ ਡਰ ਜਾਈ। ਬੰਦਾ ਆਪੇ ਹੀ ਭਰਮ ਪੈਦਾ ਕਰਦਾ, ਆਪੇ ਹੀ ਡਰ ਜਾਂਦਾ, ਆਪੇ ਹੀ ਗੁਰੂ ਕਿਰਪਾ ਕਰਦਾ, ਭਰਮ ਖਤਮ ਹੁੰਦਾ, ਡਰ ਵੀ ਖਤਮ ਹੋ ਜਾਂਦਾ ਨਾਲ ਦੀ ਨਾਲ। ਜਦੋਂ ਹੀ ਉਹ ਰੱਸੀ ਨੂੰ ਸੱਪ ਮੰਨ ਕੇ ਅਸੀਂ ਡਰੇ ਤੇ ਕੰਬਣ ਲੱਗੇ, ਤੇ ਜਦੋਂ ਹੀ ਉੱਥੇ ਆ ਕੇ ਲਾਈਟ ਜਗਾਈ, ਦੀਵਾ ਜਗਾਇਆ, ਬੈਟਰੀ ਜਗਾਈ, ਲਾਈਟ ਜਗਾਈ, ਫਿਰ ਪਤਾ ਲੱਗੇ ਵੀ ਤਾਂ ਰੱਸੀ ਹੈ। ਅੱਛਾ ਯਾਰ ਐਵੇਂ ਹੀ ਡਰ ਗਿਆ, ਐਵੇਂ ਹੀ ਡਰ ਗਿਆ, ਇਹ ਤਾਂ ਰੱਸੀ ਸੀ। ਡਰ ਵੀ ਖਤਮ ਹੋ ਗਿਆ, ਭਰਮ ਵੀ ਖਤਮ ਹੋ ਗਿਆ। ਤੋ ਭਰਮ ਚੁਕਾਵਣੀਆਂ। ਜਦੋਂ ਭਰਮ ਖਤਮ ਹੋਇਆ, ਭਰਮ ਚੁਕਾਇਆ ਸਦਾ ਸੁਖ ਪਾਇਆ। ਭਰਮ ਖਤਮ ਹੋ ਗਿਆ, ਅੰਦਰੋਂ ਧੜਕਣ ਵੀ ਖਤਮ ਹੋ ਗਈ ਡਰ ਵਾਲੀ। ਗੁਰ ਪ੍ਰਸਾਦ ਪਰਮ ਪਦ ਪਾਇਆ। ਇਉਂ ਸੰਸਾਰ ਦੇ ਮੋਹ ਮਮਤਾ ਦੇ ਵਿਸ਼ੇ ਵਿਕਾਰਾਂ ਦੇ ਹੰਕਾਰ ਦੇ ਬਈ ਮੈਂ ਤਕੜਾ, ਇਹ ਵੀ ਇੱਕ ਭਰਮ ਆ। ਦੁਨੀਆ ਧੀਂਗ ਤੋਂ ਧੀਂਗ ਪਈ ਆ। ਜੇ ਕਹੇ ਨਾ ਮੈਂ ਸਭ ਤੋਂ ਤਕੜਾ, ਇਦੋਂਗਾ ਹੋਰ ਵੀ ਤਕੜੇ ਪਏ ਹੋਣਗੇ। ਕਹੋ ਸਤਿਨਾਮ। ਇਹ ਗੁਰੂ ਭਰਮ ਕੱਢ ਦਿੰਦਾ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲਿਓ। ਪਹਿਲਵਾਨ ਕਿੰਨਾ ਹੰਕਾਰੀ ਹੋਣਾ ਕਿਸੇ ਵੇਲੇ, ਜਦੋਂ ਕਹਿੰਦਾ ਸੀ ਮੈਂ ਢਾਹ ਲੈਣਾ ਹਰੇਕ ਨੂੰ, ਆਓ ਬਾਹ ਕੱਢ ਕੇ ਆਓ, ਕਿਹੜਾ ਘੁਲਦਾ ਹੈ। ਗਰੀਬ ਜਿਹਾ ਸਿੱਖ ਮਾੜਕੂ ਜੇ ਸਰੀਰ ਦਾ ਕਹਿੰਦਾ ਵੀ ਮੈਂ ਘੁਲਣਾ, ਕੱਪੜੇ ਲਾ ਕੇ ਮੈਦਾਨ 'ਚ ਵੜ ਗਿਆ। ਉਹ ਕਹਿੰਦੇ ਓਏ ਤੂੰ ਤਾਂ ਕਦੇ ਘੁਲਿਆ ਨਹੀਂ। ਪਿੰਡ ਵਾਲੇ ਕਹਿੰਦੇ ਤੂੰ ਤਾਂ ਕਦੇ ਘੁਲਿਆ ਹੀ ਨਹੀਂ ਗਾ, ਐਵੇਂ ਲੱਤਮਾਂ ਤੜਾ ਲੇਗਾ। ਕਹਿੰਦਾ ਮੈਂ ਘੁਲਣਾ। ਪਹਿਲਵਾਨ ਕਹਿੰਦਾ ਭਾਈ ਸਾਹਿਬ ਮੈਂ ਪਹਿਲਵਾਨਾਂ ਨੂੰ ਸੱਦਿਆ, ਤੁਹਾਨੂੰ ਨਹੀਂ ਸੱਦਿਆ। ਕਹਿੰਦਾ ਮੈਂ ਪਹਿਲਵਾਨ ਹੀ ਸਮਝ ਲਾ। ਹਾਂ ਗੁਸਾਈ ਦਾ ਪਹਿਲਵਾਨ ਜਿਹੜਾ ਉਹ ਨਾਮ ਜਪਣ ਵਾਲੀ ਰੂਹ ਸੀ। ਕਹਿੰਦਾ ਪਹਿਲਵਾਨ ਹੀ ਸਮਝ ਲਾ, ਮੈਂ ਘੁਲਣਾ ਤੇਰੇ ਨਾਲ। ਜੋ ਨਾ ਮੰਨਿਆ ਉਹ ਘੁਲ ਪਿਆ। ਉਹ ਪਹਿਲਵਾਨ ਉਹਨੂੰ ਪੁੱਛਦਾ ਮੈਨੂੰ ਐਂ ਦੱਸ ਵੀ ਤੂੰ ਲੱਤਮਾਂ ਤੜਾਉਣ ਆਇਆ ਮੇਰੇ ਨਾਲ, ਘੁਲ ਕੇ ਮਰਨ ਆਇਆ? ਇਹ ਆਤਮ ਹੱਤਿਆ ਦਾ ਰਾਹ ਤਾਂ ਨਹੀਂ ਲੱਭਿਆ ਵੀ ਉਹਨੇ ਮਾਰਿਆ ਧੱਫਾ ਮਰ ਜਾਗੇ ਪਰੇ। ਕਹੋ ਸਤਿਨਾਮ। ਕਹਿੰਦੇ ਹਾਂ ਹੀ ਸਮਝ ਲਾ। ਸਾਡੇ ਘਰੇ ਗੁਰਸਿੱਖਾਂ ਨੇ ਆਉਣਾ, ਗੁਰੂ ਅਰਜਨ ਦੇਵ ਜੀ ਨੇ ਆਉਣਾ, ਫਿਰ ਤੇ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ। ਜੇ ਮੈਂ ਗ੍ਰਸਤੀ ਸਿੱਖ ਹੁੰਦਿਆਂ ਹੋਇਆਂ ਪ੍ਰਸ਼ਾਦਾ ਨਹੀਂ ਛਕਾ ਸਕਦਾ, ਇਹਨੂੰ ਮਰ ਜਾ ਪਰੇ। ਸਾਹਿਬ ਇਤਨਾ ਦੀਜੀ ਹੈ ਜਾਂ ਮੈਂ ਕੁਟੰਬ ਸਮਾਏ
मैं भी भूखा ना रहूं, साधु ना भूखा जाए। को सतनाम सी कहना मैं तैनू हरा के झंडी जित के ले जानी आ, मंगता नहीं बनया भी मैनू पैसे चाहिए आ। कहना मैं तेरे नाल घुलूंगा, जे तो मैं जित गया जिहड़ी झंडी बनी आ 1000-1100 की, ये ले जाके लंगर छका लूँगा, तो जां फिर तू मैनू मार दी भरावा। दो ही गल्लां। ऐसा उहदे बचनां ने पहलवान का दिमाग घुमाया भी यार एक गुरु के पिछे बंदा मरन नूं तैयार है, तो मैं उही हकार करदा फिरदा, मैथों तकड़े बहुत है। कहंदी आ जा घुल गई। उन्हें पता नहीं की सोचिया, घोल शुरू हो गया। उन्हें पोले पोले हथ मारे भी कोई एवें दे नुकसान ना हो जाए शरीर का, क्योंकि पहलवान का तो हाथ ही बड़ा लोहे वर्गा होंदा। वो 2-4 बारी उन्होंने ढाया, 2-4 बारी उन्होंने ढाया, तो अखीर पहलवान आप ही लंबा पै गया ढूई ला के। कहो सतनाम, लोगों ने रौला पाता जित गया जित गया। झंडी उन्होंने दिती गई, पर पहलवान ने फील किया भी जेड़ा आनंद मैनू अज ढह के आया ना, अज तक ढा के नहीं आया। कहो सतनाम सी। गुरु अर्जन देव पातशाह ने ऐसी कोई किरपा कमाई बई इनू हार के नमोशी नहीं हुई भी मैं हार गया दुनिया की कहूगी, बल्कि फील होया भी यार खुशी आ। अज तक ढिया ही नहीं सीगा, ते हंकार वाधा 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 जा रहा सीगा, ते अज हंकार खत्म किया। निमरता आई, गुरु की सेवा वास्ते ढह के पैसे देने की सलाह की उन्हें, अंदरों ढह गया। तो ढहन तो बाद झंडी उन्हें दी, तो कपड़े पा के ते कहना मित्रों अपना कोल बंद, तो मैं ये नाल चलिया, वो नाल चलिया। कहना मैं तेरे गुरु कोले लैके चल हुण। कहो सतनाम सी, जिन्हें कृपा की तेरे ते हुण मेरे ते भी करवा। तो फिर दोने जने गुरु अर्जन देव जी कोल आए। उस वेले बाणी भी लिखी जा रही सी। अमृतसर साहब विखे हरमंदिर साहब के गुरुद्वारा राम तलाई ते राम सरोवर ते, तो गुरु प्यारिओ उत्थे आके फिर सारी कहानी दसी। उत्थे फिर गुरु अर्जन देव जी ने एक कहानी नूं, सच्ची कहानी नूं बाणी विच चढ़ाता सिखां दे गाइडेंस वास्ते। सुखी वसे मस्कीनियां आप निवार तले, बड़े बड़े अहंकारिया नान गर्भ गले। खैर आपां गल कर रहे सीगे, भरम चुकाया सदा सुख पाया, गुर प्रसाद परम पद पाया, अंतर निर्मल निर्मल बाणी। इस शब्द की आरंभता कित्थों भला? अमृत बाणी गुर की मीठी, गुरमुख विरलै किने चख डिठी। समाप्ति ते भी उही गल करते होंगे पातशाह जी शुरुआत च करन। कहते इस तरह गुरु की बाणी निर्मल है, जदों हिरदे में जाती है इनू भी खाली करता, निर्मल करता, साफ करता। ईर्खा दुई द्वैत निंदिया चुगली साड़ा तू कौन मैं कौन आदि ये सब कुछ खत्म हो गया, सफाई हो गई। अंतर निर्मल निर्मल बाणी हर गुण सहजे गावणिया, इयों उन्हां दे अंदर हरि दे गुणां दा वासा हो जाता है। सिमरत शास्त्र वेद वखाणे। सतगुरु पातशाह कहते सारे ग्रंथ ही इस गल ते सही पाउंदे आ। पुराने ग्रंथ भी, चारे वेद, 17 सिमरतियां, तो इस तरह सारे ग्रंथ ये गल कहते हैं। शास्त्र सिमरत वेद, 4 वेद, 6 शास्त्र, 17 सिमरतियां। और अज गुरु अमरदास जी कहते मैं भी इस गल ते सही पाउणा। कहो सतनाम सी। गुरबाणी भी इस गल ते सही पाउंदी आ। पुराने वेद भी ये कहते आ, पर मैं भूला तत न जाने। पर किवें समझाइए, ये मूर्ख ज्ञान नूं छड्ड के अज्ञानता विच भटक रहा। कहो सतनाम सी। पर मैं भूला तत न जाने, बिन सतगुर सेवे सुख न पाए, दुखो दुख कमावणिया। गुरु दे सिमरन तो बगैर सुख नहीं मिलना। कहो सतनाम सी। भरम दे विच भटकिया होया गुरु नूं छड्ड के होर कितों सुख भालदा, पासे पासियों फ्री दे विच नाम जपण नूं तैयार नहीं, सवासां दा 10वां दसौं कढण नूं तैयार नहीं। कई बंदे कहते साडे कोले करोड़ां जमीन है, करोड़ां दी साडे कोले पैसा बहुत है, पर बड़े घरे दुखी आ। भाव उहदे विचों गुरु दा हिस्सा नहीं कढदे, 10वां दसौं नहीं कढदे। कढना चाहिए, वाकई ही बहुत वड्डी गल है ये। 10वां दसौं हुंदा 100 कमाया तो 10 रुपये, तो बंदे कोले लखां की कमाई होवे ते उहदे विचों कोई 10वां दसौं ना कढे,
24,000 ਸਵਾਸ ਰੋਜ਼ ਖਾਂਦੇ ਆ, ਉਹਦੇ ਵਿੱਚੋਂ 2400 ਸਵਾਸ 2.5 ਘੰਟੇ ਗੁਰੂ ਚਰਨਾਂ ਵਿੱਚ ਨਹੀਂ ਲਾਉਂਦਾ। 24 ਘੰਟਿਆਂ 'ਚੋਂ 2.5 ਘੰਟੇ ਬਣਦੇ ਆ, ਉਹ ਗੁਰੂ ਚਰਨਾਂ ਵਿੱਚ ਨਹੀਂ ਲਾਉਂਦਾ, ਤੇ ਫਿਰ ਬਾਕੀ ਦੇ ਸਵਾਸ ਵੀ ਦੁਖਦਾਈ ਹੋ ਗਏ। ਕਹੋ ਸਤਨਾਮ ਸ੍ਰੀ। ਜਿਹੜੀ ਮਾਇਆ ਸੁੱਖ ਦੇਣ ਵਾਲੀ ਆ, ਉਹ ਤਾਂ ਸਫਲ ਹੀ ਹੁੰਦੀ ਹੈ ਜੇ ਉਹਦੇ ਵਿੱਚੋਂ ਅਸੀਂ ਲੋੜਵੰਦਾਂ ਦੀ ਜਿਹੜੀ ਹੈ ਸੇਵਾ ਕਰਦੇ ਰਹੀਏ। ਉਹਦੇ ਵਿੱਚੋਂ 10 ਮਣ ਸੌਂਦ ਸਵਾਸਾਂ ਵਿੱਚੋਂ ਵੀ ਕੱਢੀਏ 2.5 ਘੰਟੇ, ਤੇ ਕਮਾਈ 'ਚੋਂ ਵੀ ਕੱਢੀਏ, ਦੋਨੇ ਚੀਜ਼ਾਂ ਤਾਂ ਸਫਲੀਆਂ ਹੁੰਦੀਆਂ। ਕਹੋ ਸਤਨਾਮ ਸ੍ਰੀ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਸਿਮਰਤ ਸ਼ਾਸਤਰ ਵੇਦ ਵਖਾਣੈ, ਭਰਮੈ ਭੂਲਾ ਤਤ ਨ ਜਾਣੈ, ਬਿਨ ਸਤਿਗੁਰ ਸੇਵੈ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ। ਅਖੀਰ ਤੇ ਬਾਬਾ ਜੀ ਕਹਿੰਦੇ, ਆਪ ਕਰੇ ਕਿਸੇ ਆਖੈ ਕੋਈ। ਆਖਣ ਜਾਈਏ ਜੇ ਭੂਲਾ ਹੋਈ। ਹੁਣ ਇੱਥੇ ਵੀ ਦੋ ਅਰਥ ਬਣ ਗਏ। ਇੱਕ ਅਰਥ ਇਹ ਵੀ ਇਹ ਸਭ ਪਰਮੇਸ਼ਰ ਕਰ ਰਿਹਾ ਹੈ। ਇਹ ਸ੍ਰਿਸ਼ਟੀ ਇੱਕ ਚੌਪੜ ਹੈ। ਚੌਪੜ ਦੇ ਵਿੱਚ ਗੱਲਾਂ ਹੁੰਦੀਆਂ, ਪਿਆਦੇ ਹੁੰਦੇ ਆ, ਰਾਜਾ ਹੁੰਦਾ, ਰਾਣੀ ਹੁੰਦਾ, ਸਿਪਾਹੀ ਹੁੰਦਾ। ਇਸੇ ਤਰ੍ਹਾਂ ਸੰਸਾਰ ਇੱਕ ਚੌਪੜ ਹੈ। ਇਹਦੇ ਵਿੱਚ ਆਪਾਂ ਸਾਰੇ ਪਰਮੇਸ਼ਰ ਦੀਆਂ ਡੱਲਾਂ, ਪਿਆਦੇ, ਸਿਪਾਹੀ, ਰਾਜੇ, ਰਾਣੀ ਆ। ਆਤਮਾ ਰਾਣੀ ਹੈ, ਮਨੁੱਖ ਰਾਜਾ ਹੈ। 84 ਲੱਖ ਡੂਣ ਸਿਪਾਹੀ ਹੈ, ਉਹਦੀਆਂ ਡੱਲਾਂ ਹੈ। ਉਹ ਚਲਾ ਚਲਾ ਕੇ ਸਾਰ ਪਾਸੇ ਦੀ ਬਾਜੀ ਖੇਡਦਾ ਰਹਿੰਦਾ। ਹੁਣ ਕਿਹਨੂੰ ਕਹੀਏ, ਇਹ ਪਰਮੇਸ਼ਰ ਨੇ ਸਭ ਨੂੰ ਕਰਮਾਂ ਦਾ ਫਲ ਦੇਣਾ ਹੈ। ਨੰਬਰ 2, ਹੁਣ ਕਿਹਨੂੰ ਕਹੀਏ, ਬੰਦੇ ਨੇ ਕੀਤੇ ਕਰਮ ਹੈ, ਫਲ ਭੋਗਣਾ ਪੈਣਾ। ਆਪ ਕਰੇ ਕਿਸੇ ਆਖੇ ਕੋਈ। ਤੁਸੀਂ ਆਪ ਕੀਤਾ ਹੋਇਆ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਦੋ ਦੋਸਤ ਦਰਿਆ ਤੇ ਜਾਂਦੇ ਜਾਂਦੇ ਇੱਕ ਨੇ ਛਾਲ ਮਾਰੀ। ਕੀ ਕਹਿੰਦਾ, ਉਹ ਕਾਲੇ ਰੰਗ ਦਾ ਕੰਬਲ ਰੁੜਿਆ ਜਾਂਦਾ, ਪਾਣੀ 'ਚ ਫੜ ਕੇ ਲਿਆਉਣਾ। ਜਾ ਕੇ ਜੱਫੀ ਤਾਂ ਮਾਰ ਲਈ, ਹੁਣ ਨਿਕਲਣਾ ਮੁਸ਼ਕਲ ਹੋ ਗਿਆ। ਉਹ ਦੂਜਾ ਕਹਿੰਦਾ, ਕੀ ਹੋ ਗਿਆ, ਹੁਣ ਆ ਜਾ ਬਾਹਰ। ਕਹਿੰਦਾ, ਕਿਵੇਂ ਆਵਾਂ, ਇਹ ਕੰਬਲ ਨਹੀਂ ਛੱਡਦਾ। ਅਸਲ ਵਿੱਚੋਂ ਕੰਬਲ ਨਹੀਂ ਸੀ, ਰਿੱਛ ਸੀ ਕਾਲੇ ਰੰਗ ਦਾ। ਕਹੋ ਸਤਨਾਮ। ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਉਹਨੇ ਰਿੱਛ ਨੂੰ ਜੱਫਾ ਮਾਰ ਲਿਆ, ਰਿੱਛ ਨੇ ਉਹਨੂੰ ਮਾਰ ਲਿਆ। ਬੰਦਾ ਸੰਸਾਰ ਨੂੰ ਜੱਫੇ ਮਾਰਦਾ ਤੇ ਸੰਸਾਰ ਇਹਨੂੰ ਇੱਥੇ ਫਸਾ ਲੈਂਦਾ, ਮੁੜ ਕੇ ਨਿਕਲ ਨਹੀਂ ਦਿੰਦਾ। ਕਹੋ ਸਤਨਾਮ। ਆਪੇ ਕਰੇ, ਆਪ ਕਰੇ ਕਿਸੇ ਆਖੈ ਕੋਈ। ਪਰਮੇਸ਼ਰ ਤਾਂ ਨਿਆਂ ਕਰਦਾ। ਜਿਹੋ ਜਿਹੇ ਕਰਮ ਕਰਦਾ ਬੰਦਾ, ਉਹੋ ਜਿਹਾ ਫਲ ਦਿੰਦਾ। ਇੱਕ ਤਿਲ ਨਹੀਂ ਭੰਨੈ ਘਾਲੇ। ਪਰ ਬੰਦਾ ਜਿਹੋ ਜਿਹੇ ਕਰਮ ਕਰਦਾ, ਹੁਣ ਕਿਸੇ ਨੂੰ ਕੀ ਕਹਿ ਸਕਦਾ, ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁੱਖ ਨਹੀਂ। ਭਾਈ ਮੀਤ ਆਖਣ ਜਾਈਏ ਜੇ ਭੁੱਲਾ ਹੋਵੇ। ਨਾ ਤਾਂ ਪਰਮੇਸ਼ਰ ਭੁੱਲਿਆ ਤੇ ਨਾ ਹੀ ਬੰਦਾ ਭੁੱਲਿਆ। ਬੰਦੇ ਨੂੰ ਵੀ ਗਿਆਨ ਦਿੱਤਾ, ਅਕਲੀ ਸਹਿਬ ਸੇਵੀਆ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀ, ਅਕਲੀ ਕੀਚੇ ਦਾਨ। ਬੰਦੇ ਨੂੰ ਅੱਖਾਂ ਦਿੱਤੀਆਂ, ਅੱਗੇ ਖੂਹ ਹੈ, ਜੇ ਡਿੱਗਦਾ ਤੇ ਇਹ 'ਚ ਰੱਬ ਦੀ ਗਲਤੀ ਨਹੀਂ, ਬੰਦੇ ਦੀ ਗਲਤੀ ਆ। ਕਹੋ ਸਤਨਾਮ ਸੀ। ਗਿਆਨ ਦੀ ਅੱਖ ਦਿੱਤੀ ਆ, ਜੇ ਗਿਆਨ ਦੀ ਵਰਤੋਂ ਨਹੀਂ ਕਰਦਾ ਤੇ ਫਿਰ ਰੱਬ ਦੀ ਗਲਤੀ ਥੋੜ੍ਹਾ ਹੀ ਆ। ਆਪ ਕਰੇ ਕਿਸੇ ਆਖੈ ਕੋਈ। ਆਖਣ ਜਾਈਏ ਜੇ ਭੂਲਾ ਹੋਈ, ਨਾਨਕੇ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਹੇ ਪਰਮੇਸ਼ਰ, ਤੂੰ ਹੀ ਸਭ ਕੁਝ ਕਰਨ ਵਾਲਾ ਹੈ, ਤੂੰ ਕਿਰਪਾ ਕਰ, ਸਾਨੂੰ ਨਾਮ ਦੇ ਵਿੱਚ ਲਾ ਦੇ। ਤੇ ਬੰਦੇ ਨੂੰ ਵੀ ਕਹਿੰਦੇ ਐ, ਹਮਰੀ ਗਣਤ ਨਾ ਗਣੀਆਂ ਕਾਈ। ਮੇਰੀ ਗਿਣਤੀ ਨਾ ਕਰਦਾ ਰਾ ਵੀ ਇੰਨੇ ਪਾਠ ਕਰ ਲਏ, ਇੰਨਾ ਨਾਮ ਜਪ ਲਿਆ। ਤੋ ਆਪਣੇ ਆਪ ਨੂੰ ਵੇਖ, ਆਪਣੇ ਆਪ ਨੂੰ ਬਦਲ ਵੀ। ਹਮਰੀ ਗਣਤ ਨਾ ਗਣੀਆਂ ਕਾਈ। ਆਪਣਾ ਮੂਲ ਪਛਾਣ, ਆਪਣੇ ਖੁਦ ਨੂੰ ਸਮਝ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਕੀ ਲੈਣ ਆਇਆ। ਗੁਰੂ ਨੇ ਇੰਨਾ ਗਿਆਨ ਦਿੱਤਾ, ਜੇ ਹਜੇ ਵੀ ਅਸੀਂ ਨਹੀਂ ਭੁੱਲਾਂਗੇ ਤਾਂ ਫਿਰ ਸਾਡੀ ਗਲਤੀ ਹੈ, ਉਹਦੀ ਨਹੀਂ। ਚਲੋ ਪਰਮੇਸ਼ਰ ਨੂੰ ਵੀ ਬੇਨਤੀ ਕਰਦੇ ਆ ਅਖੀਰ ਤੇ, ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਕਿਰਪਾ ਕਰੋ ਕਿ ਨਾਨਕੇ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣੇ ਆ। ਤੂੰ ਇਹਨਾਂ ਮਾੜੇ ਰਸਤੇ ਚੱਲੇ ਹੋਏ ਜੀਵਾਂ ਨੂੰ ਸਮੱਤ ਬਖਸ਼ੋ, ਇਹ ਤੇਰੇ ਨਾਮ ਦੇ ਰਸਤੇ ਚੱਲ ਪੈਣ। ਤੂੰ ਚਾਹੇ ਤਾਂ ਬਦਲ ਸਕਦਾ, ਤਾਂ ਗੁਰੂ ਕਿਰਪਾ ਕਰਦਾ। ਜਦੋਂ ਅਰਦਾਸ ਕਰਾਂਗੇ ਰੋਜ਼, ਤੇ ਸਾਡੇ ਘਰ ਦੇ ਵਿੱਚ ਵੀ ਬਦਲਾਅ ਆ ਸਕਦਾ। ਕਹੋ ਸਤਨਾਮ ਸ੍ਰੀ। ਅਰਦਾਸ ਕਰੀਏ, ਮਹਾਰਾਜ ਤੂੰ ਸਾਨੂੰ ਬਦਲ ਨਹੀਂ ਸਕਦਾ। ਤੂੰ ਚਾਹੇ ਤਾਂ ਸਦਨੇ ਕਸਾਈ ਨੂੰ ਬਦਲਤਾ, ਸੱਜਣ ਠੱਗ ਨੂੰ ਬਦਲਤਾ ਤੂੰ, ਤੇ ਸਾਡੇ 'ਤੇ ਵੀ ਕਿਰਪਾ ਕਰ ਦੇ। ਸਾਥੋਂ ਚੰਗੇ ਕੰਮ ਹੋਣ, ਸਾਥੋਂ ਕਿਸੇ ਦਾ ਨੁਕਸਾਨ ਨਾ ਹੋਵੇ, ਕਿਸੇ ਦਾ ਮਾੜਾ ਨਾ ਹੋਵੇ। ਜਦ ਅਸੀਂ ਇਹਦੀ ਅਰਦਾਸ ਕਰਾਂਗੇ ਤੇ ਗੁਰੂ ਸਾਨੂੰ ਫਿਰ ਉਹੇ ਜਿਹੇ ਰਸਤੇ 'ਤੇ ਆਪੇ ਲੈ ਜਾਊਗਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ।
ਪਹਿਲਾ ਕਦਮ ਹੈ ਸਾਡਾ ਚੱਕਣਾ, ਬਈ ਸਾਡਾ ਇਰਾਦਾ ਹੋਵੇ, ਇਹ ਸਾਡਾ ਪਹਿਲਾ ਕਦਮ ਹੈ। ਜਿਹੜੇ ਕੰਮ ਤੇ ਸਾਡਾ ਇਰਾਦਾ ਹੋਵੇਗਾ ਪਰਮੇਸ਼ਰ ਉਹ ਕੰਮ ਪੂਰਾ ਕਰ ਦੇਗਾ। ਇਹ ਅਗਲੇ ਕਦਮ ਉਹਦੇ ਆ। ਕਹੋ ਸਤਨਾਮ ਸ੍ਰੀ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਹੋਏ ਕੌਡੀ ਅਗਰ ਭਾਗ ਰੱਖੈ, ਸਤਿਗੁਰੂ ਤਾਹੇ ਸਰਬ ਨਿਧਾਨ ਦਾਨ ਦੇਤ ਹੈ। ਜਿਹੋ ਜੀ ਭਾਵਨਾ ਅਸੀਂ ਕਰਾਂਗੇ ਉਹੀ ਜੀ ਕਿਰਪਾ ਹੋ ਜਾਣੀ ਆ। ਤਾਂ ਇਸ ਕਰਕੇ ਭਾਵਨਾ ਚੰਗੀ ਹੋਵੇਗੀ ਤੇ ਸਾਡਾ ਵੀ ਬੁਰਾ ਨਹੀਂ ਹੋ ਸਕਦਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।